वाहिगुरु जी भाग डड़े हर संत तुम्हारे, जिन घर धन हर नामा। प्रवान गणी से यह आए, सफल तिना कै कामा। मेरे राम हर जन कै हाँ बल जाई। केसा का कर चबर टुलावा, चरण धूड़ मुख लाई। छतर चबर तख्तां दे मालक सतगुरु ਧੰਤਾ ਦੇ ਜੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਅੰਦਰ ਇਸ ਮਹਾਨ ਗੁਰਮਤਿ ਸਮਾਗਮ ਵਿੱਚ ਬੜੇ ਲੰਮੇ ਸਮੇਂ ਤੋਂ ਜੁੜ ਮਿਲ ਕੇ ਬੈਠ ਕਰਕੇ ਆਪ ਜੀਆਂ ਨੇ ਹਾਜ਼ਰੀਆਂ ਭਰਨਾ ਕੀਤੀਆਂ। ਕੋਈ ਗਾਵੇ ਕੋ ਸੁਣਾਏ, ਹਰ ਨਾਮਾ ਚਿਤ ਲਾਏ। ਕਹਿ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਰਾਗੀ ਸਿੰਘਾਂ ਪਾਸੋਂ ਆਪ ਜੀਆਂ ਨੇ ਰੱਬੀ ਬਾਣੀ ਦਾ ਮਹਾਨ ਕੀਰਤਨ ਸਰਵਣ ਕਰਨਾ ਕੀਤਾ। ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਤੋਂ ਆਪ ਜੀਆਂ ਦੇ ਪਾਸੋਂ ਆਪ ਜੀਆਂ ਨੇ ਬਹੁਤ ਹੀ ਡੂੰਘਾਈ ਦੇ ਵਿਚਾਰ ਸਰਵਣ ਕਰਨਾ ਕੀਤੇ। ਉਪਰੰਤ ਭਾਈ ਜੋਗਾ ਸਿੰਘ ਜੀ ਭਾਗੋਵਾਲ, ਕਵੀਸ਼ਰ ਸਿੰਘ ਢਾਡੀ ਜੱਥਾ, ਭਾਈ ਮਹਿਤਾਬ ਸਿੰਘ ਜੀ ਪਿੰਡਰ, ਉਹਨਾਂ ਯੋਧਿਆਂ ਸੂਰਬੀਰਾਂ ਬਲਵਾਨਾਂ ਗੁਰਮੁਖ ਪਿਆਰਿਆਂ ਦਾ ਇਤਿਹਾਸ ਸਰਵਣ ਕਰਨਾ ਕੀਤਾ, ਜਿਨ੍ਹਾਂ ਨੇ ਬੜਾ ਲੰਮਾ ਅਰਸਾ ਪਿੱਛਾ ਕਰਕੇ ਔਰ ਗੁਰੂ ਪਿਆਰਿਓ ਆਪਣੇ ਵੱਡੇ ਵਡੇਰਿਆਂ ਦਾ, ਜਿਨ੍ਹਾਂ ਨੂੰ ਜਨਰਲ ਅਡਵਾਇਰ ਦੀ ਰਹਿਨਮਾਈ ਹੇਠ ਜਲ੍ਹਿਆਂਵਾਲੇ ਬਾਗ ਵਿੱਚ ਸ਼ਹੀਦੀਆਂ ਪ੍ਰਾਪਤ ਹੋਈਆਂ, ਉਹਨਾਂ ਦਾ ਬਦਲਾ ਚੁਕਾਉਣ ਵਾਸਤੇ ਗੁਰਮੁਖ ਪਿਆਰਿਓ ਸਰਦਾਰ ਊਧਮ ਸਿੰਘ ਜੀ ਸੁਨਾਮ ਨੇ ਬੜਾ ਲੰਮਾ ਸਮਾਂ ਲਾਉਣ ਤੋਂ ਉਪਰੰਤ ਆਪਣੇ ਮਨ ਦਾ ਮਨੋਰਥ ਸੰਪੂਰਨ ਹੋਇਆ, ਉਹ ਹਾਸਲ ਹੋਇਆ। ਸੰਗਤ ਜੀ, ਮੈਂ ਬੇਨਤੀ ਕਰਾਂ, ਤੁਹਾਡੇ ਵੱਡੇ ਵਡੇਰੇ ਗਦਰ ਪਾਰਟੀ ਗੁਰੂ ਪਿਆਰਿਓ ਸਮੁੱਚੇ ਹੀ ਗਦਰ ਪਾਰਟੀ ਦੇ ਮਹਾਨ ਸੰਤ ਮਹਾਂਪੁਰਖ ਦੇਸ਼ ਭਗਤ, ਜਿਨ੍ਹਾਂ ਨੇ ਗੁਰੂ ਪਿਆਰਿਓ ਅਮਰੀਕਾ ਦੀ ਧਰਤੀ ਤੋਂ ਮੀਟਿੰਗਾਂ ਕਰਕੇ, ਜੋ ਇੱਥੇ ਸਾਡੇ ਨਾਲ ਅੰਗਰੇਜ਼ ਗੌਰਮੈਂਟ ਕਰ ਰਹੀ ਸੀ, ਉਹ ਸਾਰੀਆਂ ਖਬਰਾਂ ਉਹਨਾਂ ਪਾਸ ਪਹੁੰਚਦੀਆਂ ਸਨ। ਆਸਟੋਰੀਆ ਵਿਖੇ ਉੱਥੇ ਉਹ ਬਹੁਤ ਵੱਡਾ ਹਾਲ ਅੱਜ ਵੀ ਹੈ। ਉਹ ਉਹਨਾਂ ਦੇ ਰਿਹਾਇਸ਼ੀ ਮਕਾਨ, ਉਹਨਾਂ ਗਦਰੀ ਮਹਾਂਪੁਰਖਾਂ ਦੇ ਜਿੱਥੇ ਉਹ ਰਿਹਾ ਕਰਦੇ ਸਨ, ਲੱਕੜੀ ਦਾ ਕੰਮ ਕਰਦੇ ਸੀ, ਜਿੱਥੇ ਮੀਟਿੰਗਾਂ ਕਰਦੇ ਸਨ, ਉਹ ਹਾਲ ਅੱਜ ਵੀ ਮੌਜੂਦ ਹੈ। ਪਰ ਮੈਂ ਬੇਨਤੀ ਕਰਾਂ ਸੰਗਤ ਜੀ, ਇਹ ਸਮੁੱਚੀਆਂ ਮੀਟਿੰਗਾਂ ਕਾਹਦੇ ਵਾਸਤੇ ਸਨ? ਹਿੰਦੁਸਤਾਨ ਵਿੱਚ ਜੋ ਵਧੀਕੀਆਂ ਅੰਗਰੇਜ਼ ਗੌਰਮੈਂਟ ਕਰ ਰਹੀ ਹੈ, ਅੰਗਰੇਜ਼ ਗੌਰਮੈਂਟ ਨੂੰ ਕੱਢਣ ਵਾਸਤੇ ਗੁਰੂ ਪਿਆਰਿਓ ਇਹ ਮੀਟਿੰਗਾਂ ਉੱਥੇ ਹੋਈਆਂ। ਮੀਟਿੰਗਾਂ ਦਾ ਸਿੱਟਾ ਕੀ ਨਿਕਲਿਆ? ਜੋ ਕਿ ਬਜਬਜ ਘਾਟ ਜੋ ਜਹਾਜ਼ ਲੱਗਾ, ਜਿਸ ਦੀ ਅਗਵਾਈ ਬਾਬਾ ਗੁਰਦੇਵ ਸਿੰਘ ਜੀ ਸਰਿਆਲੀ ਵਾਲੇ ਕਰ ਰਹੇ ਸਨ, ਇੱਕ ਮਹਾਤਮਾ ਨੇ ਬੇਅੰਤ ਮਹਾਂਪੁਰਸ਼ ਗੁਰੂ ਪਿਆਰਿਓ ਉਹ ਜਹਾਜ਼ ਜੋ ਕਿ ਅਮਰੀਕਾ ਤੋਂ ਚੱਲ ਕਰਕੇ ਵੱਖ-ਵੱਖ ਦੇਸ਼ਾਂ ਸ਼ਹਿਰਾਂ ਵਿੱਚ ਦੀ ਹੁੰਦਾ ਹੋਇਆ ਸਮੁੰਦਰ ਦੇ ਨਾਲ ਉਹ ਬਜਬਜ ਘਾਟ ਪਹੁੰਚਾ। ਇੱਥੇ ਭਾਵੇਂ ਬਹੁਤ ਹੀ ਕੁਰਬਾਨੀਆਂ ਦੇਣੀਆਂ ਪਈਆਂ, ਸ਼ਹੀਦੀਆਂ ਹੋਈਆਂ, ਪਰ ਅਖੀਰ ਤੇ ਗੁਰੂ ਪਿਆਰ ਜੋ ਸਿੱਟਾ ਸੀ, ਜੋ ਮਨ ਵਿੱਚ ਇੱਛਾ ਲੈ ਕੇ ਆਏ ਸਨ, ਉਹ ਮਨ ਦੀ ਇੱਛਾ ਪੂਰੀ ਹੋਈ। ਅੰਗਰੇਜ਼ ਗੌਰਮੈਂਟ ਤੋਂ ਆਜ਼ਾਦੀਆਂ ਪ੍ਰਾਪਤ ਹੋਈਆਂ। ਸੰਗਤ ਜੀ,
ਭਾਵੇਂ ਉੱਥੇ ਮੀਟਿੰਗਾਂ ਅੰਗਰੇਜ਼ਾਂ ਦੇ ਬਰਖਲਾਫ ਹੁੰਦੀਆਂ ਰਹੀਆਂ, ਭਾਵੇਂ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਵਾਸਤੇ ਮੀਟਿੰਗਾਂ ਹੁੰਦੀਆਂ ਰਹੀਆਂ, ਜਿੱਥੇ ਅਸਟੋਰੀਆ ਵਿਖੇ ਅੱਜ ਵੀ ਬਹੁਤ ਵੱਡਾ ਹਾਲ ਹੈ, ਉੱਥੋਂ ਦੇ ਸੰਬੰਧ ਵਿੱਚ ਅੱਜ ਵੀ ਉੱਥੇ ਜੋ ਸਾਈਨ ਬੋਰਡ ਲੱਗਾ ਹੈ ਜਿਸ ਤੇ ਉੱਪਰ ਲਿਖਿਆ ਹੈ ਗਦਰ ਪਾਰਟੀ। ਬਿਲਕੁਲ ਉਹ ਜਗ੍ਹਾ ਪੋਰਟ ਦੀ ਹੈ, ਪੋਰਟ ਤੋਂ ਭਾਵ ਹੈ ਸਮੁੰਦਰ ਦਾ ਕੰਢਾ। ਅੱਜ ਵੀ ਉੱਥੇ ਸਾਈਨ ਬੋਰਡ ਲੱਗਾ ਹੋਇਆ, ਥੱਲੇ ਵਿਸਤਾਰ ਦੇ ਨਾਲ ਤੁਹਾਡੇ ਵੱਡਾ ਵਡੇਰਿਆਂ ਦਾ ਇਤਿਹਾਸ ਲਿਖਿਆ ਹੋਇਆ ਹੈ, ਕਿਉਂਕਿ ਐਡੀ ਕੀ ਪਲੇਟ ਜੋ ਲੱਗ ਜਾਣੀ ਔਰ ਲਵਾ ਦੇਣੀ, ਇੱਥੋਂ ਤੱਕ ਗੱਲ ਸੀਮਤ ਨਹੀਂ। ਇਹ ਗੁਰਮੁਖ ਪਿਆਰੇ ਭਾਈ ਬਹਾਦਰ ਸਿੰਘ ਹੁਣਾਂ ਨੇ ਬੀੜਾ ਚੁੱਕਿਆ। ਇਸ ਤੋਂ ਅਗੇਰੇ ਜਿੰਨੇ ਗੁਰਮੁਖ ਪਿਆਰੇ ਗਦਰੀ ਬਾਬੇ, ਦੇਸ਼ ਭਗਤ ਮਹਾਂਪੁਰਖ, ਜਿਨ੍ਹਾਂ ਨੇ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਵਾਸਤੇ, ਗੁਰੂ ਪਿਆਰਿਓ ਉਦੋਂ ਕੋਈ ਵਿਤਕਰਾ ਨਹੀਂ ਸੀ, ਕੌਣ ਸਿੱਖ ਹੈ, ਕੌਣ ਹਿੰਦੂ ਹੈ, ਕੌਣ ਮੁਸਲਮਾਨ ਹੈ, ਕੇਵਲ ਇੰਡੀਅਨ ਗੱਲ ਚੱਲਦੀ ਸੀ। ਜਿਨ੍ਹਾਂ ਜਿਨ੍ਹਾਂ ਨੇ ਉੱਥੇ ਮੀਟਿੰਗਾਂ ਹੁੰਦੀਆਂ ਰਹੀਆਂ, ਜਿਨ੍ਹਾਂ ਨੇ ਕੌਮਾਂ ਗਾਟਾ ਮਾਰੂ ਬਾਬਾ ਘਾਟ ਵਿਖੇ ਆ ਕਰਕੇ ਜਹਾਜ਼ ਲਾਇਆ, ਉਹਨਾਂ ਦੇ ਨਾਮ ਲਿਖਣ ਵਾਸਤੇ, ਦੀਵਾਲ ਕੱਢ ਕਰਕੇ ਨਾਂ ਲਿਖਣ ਵਾਸਤੇ ਮਨਜ਼ੂਰੀ ਲੈਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਗੌਰਮੈਂਟ ਵੱਲੋਂ ਮਨਜ਼ੂਰੀ ਦਿੱਤੀ ਜਾ ਰਹੀ ਹੈ, ਭਾਵੇਂ ਅੰਗਰੇਜ਼ ਗੌਰਮੈਂਟ ਨੂੰ ਕੱਢਣ ਵਾਸਤੇ ਹੀ ਮੀਟਿੰਗਾਂ ਹੁੰਦੀਆਂ ਰਹੀਆਂ, ਪਰ ਫਿਰ ਵੀ ਸੰਗਤ ਜੀ, ਇਹ ਦਾਰੂ ਪਾਪ ਕੱਢੈ ਧੋਏ, ਨਾਨਕ ਵਖਾਣੈ ਬੇਨਤੀ, ਜਨ ਸੱਚ ਪੱਲੇ ਹੋਏ। ਅਸਟੋਰੀਆ ਵੇਖੇ ਉਹ ਹਾਲ ਦੇ ਮਹਾਂਪੁਰਖ, ਉਹ ਮੀਟਿੰਗ ਹਾਲ ਜੋ ਹੈ, ਭਾਵੇਂ ਉਹ ਬਿਰਧ ਹੋ ਚੁੱਕਾ ਹੈ, ਕਿਸੇ ਦੇ ਕੋਲ ਹੈ, ਉਹਦੀ ਗੱਲ ਚੱਲ ਰਹੀ ਹੈ, ਪਰ ਸੰਗਤ ਜੀ ਜਿਨ੍ਹਾਂ ਮਹਾਂਪੁਰਸ਼ਾਂ ਨੇ ਹਿੰਦੁਸਤਾਨ ਨੂੰ ਆਜ਼ਾਦ ਕਰਾਇਆ, ਤਿੰਨਾਂ ਦੇ ਨਾਮ ਭਾਵੇਂ ਸੁਨਹਿਰੀ ਅੱਖਰਾਂ ਵਿੱਚ ਲਿਖੇ ਨੇ ਇਤਿਹਾਸ ਵਿੱਚ, ਕਿਉਂਕਿ ਅਸਟੋਰੀਆ ਵਿਖੇ ਬਹੁਤ ਲੋਕ ਜਾਂਦੇ ਨੇ ਘੁੰਮਣ ਵਾਸਤੇ, ਉੱਥੇ ਲੋਕਾਂ ਨੂੰ ਦਰਸਾਉਣ ਵਾਸਤੇ ਕਿ ਸਿੱਖਾਂ ਦੇ ਵੱਡਿਆਂ ਵਡੇਰਿਆਂ ਨੇ ਵੀ ਜੋ ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਇੱਥੇ ਮੀਟਿੰਗਾਂ ਕੀਤੀਆਂ, ਜੋ ਵੀ ਕਾਰਨਾਮੇ ਕੀਤੇ, ਉਹਨਾਂ ਦੇ ਨਾਮ ਲਿਖਣੇ ਅਤ ਜ਼ਰੂਰੀ ਹੈ। ਮੈਂ ਬੇਨਤੀ ਕਰਾਂ ਸੰਗਤ ਜੀ, ਜਿਨ੍ਹਾਂ ਨੇ ਵੀ ਆਪ ਅਰਦਾਸ ਵਿੱਚ ਨਾਮ ਸੁਣਦੇ ਹੋ, ਪੜ੍ਹਦੇ ਹੋ, ਜਿਨ੍ਹਾਂ ਗੁਰਮੁਖਿਆਂ ਨੇ ਬੰਦ ਕਟਵਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਦੇ ਚੜੇ, ਆਰਿਆਂ ਨਾਲ ਚਰਾਏ ਗਏ, ਕੌਮਾਂ ਕੀਤੇ ਗਏ, ਟਾਪਾਂ ਹੇਠ ਘੋੜੇ ਦੇ ਟਾਪਾਂ ਹੇਠ ਲਤਾੜੇ ਗਏ, ਜੀਂਦੇ ਜੀ ਜੰਡਾਂ ਨੂੰ ਬੰਨ੍ਹ ਕੇ ਸਾੜੇ ਗਏ। ਗੁਰੂ ਪਿਆਰਿਓ, ਸਵਾ ਮਨ ਦੇ ਪੀਸੇ ਸਾਡੀਆਂ ਭੈਣਾਂ ਮਾਤਾਵਾਂ ਨੇ ਬੱਚੇ ਦੇ ਟੁਕੜੇ ਕਰਵਾ ਕਰਕੇ ਗਲਾਂ ਵਿੱਚ ਹਾਰ ਪਵਾਏ, ਅੱਧੀ ਖਰੀ ਤੇ ਗੁਜ਼ਾਰਾ ਕੀਤਾ, ਧਰਮ ਨਹੀਂ ਛੱਡਿਆ, ਸਿੱਖੀ ਸਿਦਕ, ਕੇਸਾਂ ਸਵਾਸਾਂ ਸੰਗ ਨਿਭਾਇਆ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਇੱਥੇ ਨਾਮ ਕਿਸੇ ਦਾ ਨਹੀਂ ਕਿ ਕਿੰਨਾ ਨੇ ਕੌਣ ਚਰਖੜੀਆਂ ਤੇ ਚੜੇ, ਕਿੰਨਾ ਮਾਤਾਵਾਂ ਨੇ ਪੀਸੇ, ਬੰਦ ਕਟਵਾਏ, ਖੋਪਰੀਆਂ ਲੋਹਾਈਆਂ, ਬੱਚੇ ਨਿੱਕੇ ਬੱਚਿਆਂ ਦੇ ਗੁਰੂ ਪਿਆਰਿਓ ਭਾਵੇਂ ਟੁਕੜੇ ਕੀਤੇ ਗਏ, ਬੱਚਾ ਤਾਂ ਸੁੱਟ ਕਰਕੇ ਥੱਲੇ ਵਰਸ਼ਾ ਕੀਤਾ ਜਾਂਦਾ, ਪਰੋ ਦਿੱਤੇ ਜਾਂਦੇ ਵਰਸ਼ੇ ਵਿੱਚ, ਉਸ ਤੋਂ ਬਾਅਦ ਜਲਾਦ ਦੇ ਅੱਗੇ ਸੁੱਟ ਦਿੱਤਾ ਜਾਂਦਾ, ਉਹਦੇ ਨਿੱਕੇ ਬੰਦ ਕੱਟ ਕਰਕੇ ਧਾਗੇ ਵਿੱਚ ਪਰੋ ਕਰਕੇ ਮਾਤਾਵਾਂ ਦੇ ਗਲ ਵਿੱਚ ਹਾਰ ਪਾਏ ਗਏ। ਪਰ ਸਾਡੀਆਂ ਮਾਤਾਵਾਂ ਨੇ, ਸਾਡੇ ਵੱਡੇ ਵਡੇਰਿਆਂ ਨੇ ਸੀ ਤੱਕ ਨਹੀਂ ਵਿਚਾਰੀ। ਇੱਕ ਬੀਬੀ ਦਾ ਇਤਿਹਾਸ ਆਉਂਦਾ ਹੈ ਕਿ ਉਸ ਦਾ ਬੱਚਾ ਜੋ ਰੜਨ ਜੋਗਾ ਨਹੀਂ, ਉਸ ਤੋਂ ਥੋੜੀ ਦੂਰ ਉਹਨੂੰ ਚੁੱਕ ਕੇ ਬਿਠਾ ਦਿੱਤਾ ਗਿਆ, ਨਾ ਰੜ ਸਕਦਾ ਨਾ ਤੁਰ ਸਕਦਾ। ਬੀਬੀ ਨੂੰ ਸਵਾ ਮਣ ਦਾ ਪੀਸਾ ਦਿੱਤਾ, ਉਹਨੇ ਸਵਾ ਮਣ ਆਟਾ ਪੀਸਿਆ ਚੱਕੀ ਦੇ ਨਾਲ, ਹੱਥ ਦੇ ਨਾਲ ਪੀਸਣ ਤੋਂ ਬਾਅਦ ਉਹਦੀ ਛਾਤੀ ਉੱਪਰ ਸਵਾ ਮਣ ਦਾ ਪੱਥਰ ਰੱਖ ਦਿੱਤਾ ਗਿਆ। ਇਸ ਤੋਂ ਅੱਗੇ ਸਾਨੂੰ ਵੀ ਉਹਨਾਂ ਮਹਾਂਪੁਰਖਾਂ ਦੇ ਪਾਏ ਹੋਏ ਪੂਰਨ ਚੱਲਣ ਦਾ ਬਲ ਬਖਸ਼ਿਸ਼ ਕਰਨ, ਜਿਨ੍ਹਾਂ ਨੇ ਦੇਸ਼ ਵਾਸਤੇ, ਕੌਮ ਵਾਸਤੇ, ਧਰਮ ਵਾਸਤੇ ਆਪਾ ਕੁਰਬਾਨ ਕੀਤਾ।
और कुर्बान करके गुरु प्यारिओ शहीदी जाम शहीदी बाटा पी करके सानू सुख दिते। जिस हिंदुस्तान दे विच असीं अज भी सुख लै रहे हैं, सुख लै रहे हैं, भावें कुछ भी है, पर अपना देश अपना ही हुंदा है। इत्थे ना कोई विजे की लोड़, ना कोई पुछण की लोड़। किसी विदेश में जाना होवे तो पहला वीजा मंगते हैं, वीजा लंघ जाए तो गुरु प्यारे उतों उन्होंने देश विचों जाना पैंदा, आउणा पैंदा। ये तुहाडा देश है, ऐसा है, ना इहदा वीजा मुके ते ना देश विचों कढ़िया जावे। सतगुरु सच्चे पातशाह कृपा करके गुरमुख प्यारिओ उन्हां गुरमुखां दा पावन स्थान गदरी पार्टी सो कौमा घाटा मारू बाईबाई दे बानी बाबा गुरदेव सिंह जी, उन्होंने संगी साथी सारे महापुरख जिन्हां याद नूं समर्पित महापुरखों वालों कलकत्ता विखे बाईबाई घाट सेवा हुई। गुरुद्वारा शहीद गंज एक नहीं अनेक शहीदियां उत्थे होईयां। अंधा धुंध गोली चलाई गई अंग्रेज गौरमेंट वालों। महाराज साहब जी स्वरूप नाल सन, पर गुरु प्यारे सतगुरु साहब सच्चे पातशाह महाराज स्वरूप सही सलामत पहुंचाउंदा है। गुरुद्वारा साहिब वड्डा बाजार विखे गुरु प्यारे भावें शहीदियां दे जाम पी गए गुरमुख प्यारे, पर सिरड़ नहीं छड्डिया, सी तक नहीं उचारी। ये हन गदरी बाबियां दे इतिहास। एक नहीं अनेका महापुरख भावे किसी धर्म विच होए, किसी मजहब विच होए, पर अपने देश वास्ते, अपनी कौम वास्ते, अपने धर्म वास्ते, अपने पंथ वास्ते उन्हां कुर्बानियां कीतियां। गल है महापुरखों की चल रही है कि महापुरखों ने अपनी सीव सारे जीवन आजू जन्म तो लैकर के अंतले समय तक संगत जी खास करके नगर सराली विच ही पैदा होए, जन्म धारिया और सराली विच ही सेवा आरंभ की। कार सेवा आरंभ करके जो अज वो कार सेवा आसमानां नूं छूह रही है, वो तुहाडे सामने है। ना किसी कोई स्टेट नहीं जिथे महापुरखों वालों सेवा नहीं, महापुरखों के नाम की सेवा नहीं। कोई ऐसा विदेश में कोई ऐसा देश नहीं जिथे महापुरखों वालों धर्म का प्रचार, सिक्खी का प्रचार तो नहीं किया जा रहा। अज भी बाबा जी बाबा घोला सिंह जी जो कि पिछले 31 तरीक तो आस्ट्रेलिया दे विच ने, 19 तरीक तक उन्होंने वापस आना है। गुरमुख प्यारिओ रब दे प्यारे जिथे भी जाते ने उन्हों का कर्म की है, जिथे जाए बहिया है भला कही है। झोल अमृत पीजै, वो अमृत की है। एक तो अमृत है जो 5 प्यारे साहिबान सतगुरां दी पावन हजूरी विच खंडे बट की पौल तैयार करके गुरु के सिखां नूं सिखाउंदे ने। एक है गुरु की बाणी, गुरु का नाम, जिथे जाए बहिया भला कहिया, झोल अमृत पीजै। वो अमृत की है? नाम अमृत है। अमृत नाम निधान है, मिल पीवह भाई। सारे ही जपना करिए, सारे छकना करिए। टूक मात्र बेनती करा, ठीक है सिर नाल आप बैठे हो, सिर दे नाल गुरु अर्जन साहब सच्चे पातशाह जी तत्तियां तवियां ते बैठे सन, सिरड़ करके बैठे सन। कोई शौक दे नाल नहीं सी बैठे। सड़दी बलदी रेता सीस ते पै रही है, सीस ते पै रही है। उबलदियां देवका विच बिठाया जा रहा है, तत्ती तवी तो लाह करके फिर ठंडे पानी विच नवाया जा रहा है। सतगुरु जी सिरड़ करके ही ये सारा खिड़े मते भावें साईं मियाँ मीर जी आए, हा दा नारा मारिया करके, महाराज ये की कर रहे हो, आग्या बख्शो, लाहौर ते दिल्ली दी अटना अट खड़का दिया। कौन कहंदा? साईं मियाँ मीर जी, जिन्हां पासों सतगुरु जी ने श्री हरमंदर साहिब दा नींह पत्थर रखवाया और बेनती की, महाराज ये एडा वड्डा हरमंदर दरबार साहिब दा नींह पत्थर मेरे पासों रखा रहे हो। सच्चे पातशाह कहने लगे तुहाडे पासों रखा रहे हैं, अगले आने वाले समय विच शहीदी होण दा, शहीदी शहीदां दी जो अगे लड़ी तुरनी है, वह नींह पत्थर असीं रखना है।
वो नींह पत्थर सतगुरु अर्जन साहब सच्चे पातशाह जी ने आप रखिया और नाल बचन किया, तेरा भाणा मीठा लागा, हर नाम पदार्थ नानक मांगा। संगत जी किहड़े संत महापुरुषों ने हठ नहीं किया, किहड़े रब दे पैरों ने हठ नहीं किया, सतगुरु सच्चे पातशाह जी ने किहड़ा हठ नहीं किया। धन गुरु नानक साहब सच्चे पातशाह महाराज जी आप नारायण कलाधर जग में परवरियो कि उन्हें हठ नहीं किया। की हठ किया? रेत आहार कर रोड़ां दी गुर करी विछाई, भारी करी तपस्या वड्डा भाग हरसों बने आए। यह तपस्या सतगुरु महाराज ने आ करके शरीर धारण तो बाद भी करना की। सो मैं बेनती करा गुरु नानक साहब महाराज जी जो लोड़ है बंदगी दी। पुछया सिद्धा ने, सतगुरु जी तुसीं इत्थे किवें आए शमेर पर्वत ते? महाराज कहन लगे, सिद्धो हों जपया परमेश्वरो भाव भगत संग ताड़ी लाई, गुरबाणी संगत बिना दूजी ओट नहीं है राई। गुरबाणी तो बिना साध संगत तो बिना सानू होर कोई ओट आसरा नहीं। असीं परमात्मा नूं राध्या बंदगी कीती है, आराधन दा सदका, गुरबाणी दा सदका, साध संगत दा सदका असीं शमेर पर्वत ते पहुंचे हैं। इस करके संगत जी जो सतगुरु साहब जी लोड़ है, आपां नूं सारिआं नूं लोड़ है। दास अगे बोलदा है, सारियां संगतां प्यार दे नाल उच्ची सुर दे नाल बोलण दी किरपालता करियो। कोई रसना वांझी ना रहे जो हुण तक नहीं बोले, जरूर बोलण दी किरपालता करियो। सतनाम वाहेगुरु, 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 गज के आखो सतनाम श्री वाहिगुरु। संगत जी पहला दा तो मैनू पता नहीं, पर सुनिया जरूर है। एक बार बाबा जी ने 6 महीनों वास्ते जो प्रसादा पानी सूखम मात्र दाल छक ली, भाजा छक लिया, पानी पी लिया। कादे वास्ते? नींद ना आवे, सौना नहीं, बंदगी करनी है। जिवें भगत फरीद जी ने बंदगी मंगी, शेख फरीद दे खैर दिज बंदगी, बंदगी मंगी। महापुरुषों ने भी बड़ी बंदगी की। ठंड विच भी उपर कपड़ा ना लेना, और गुरु प्यारिओ बड़ी बंदगी ते सिमरन भजन किया। दास कलकत्ते सी, कलकत्ते जदों चाला मारिया महापुरखों के नाल, एक डंग के प्रसादे बाबा जी ने जो बन्ने सन, उही प्रसादे एक डंग खाधे। सब्जियां ले लियां, गाजरां कट लियां, मटर कट लिया, लकड़ां ले लियां, तैयारी व्यारी कर ली कि अगे खूह आउंदा है, बंबी आउंदी है, खूह आउंदा है, उत्थे लंगर पानी तैयार करते हैं। कलकत्ते तो चलद्यां चलद्यां बाबा जी ड्राइवर सी ते गुरमुखों मैं गल कर रहा सा हट दी। बाबा जी ने ड्राइवर के पिछे बैठे होना, नाम लैन लगा, नाम, क्योंकि तुहानूं चंगी तरह पता लग सके किहड़े बाबा जी ड्राइवर सन ते किहड़े बाबा जी पिछे बैठे सी। बाबा जी बाबा घोला सिंह जी ड्राइवर, हरियां मिर्चां को रखनियां स्टेयरिंग ते लागे,
ਜਦੋਂ ਆਲਸ ਨੀਂਦ ਨੇ ਜ਼ੋਰ ਪਾਉਣ ਲੱਗਣਾ, ਨਾਲੇ ਚੱਬ ਲੈਣੀ, ਨਾਲੇ ਇੱਥੇ ਇਹਨਾਂ ਥਾਵਾਂ ਤੇ ਉਹ ਮਿਰਚ ਮਲ ਲੈਣੀ। ਚਿੱਥੀ ਹੋਈ ਮਿਰਚ ਹਰੀ, ਨਾਲੇ ਕੁਝ ਖਾ ਲੈਣੀ ਤੇ ਨਾਲੇ ਇਹਨਾਂ ਥਾਵਾਂ ਤੇ ਮਲ ਲੈਣੀ, ਅੱਖਾਂ ਤੇ ਲੱਗ ਗਿਆ ਕਿ ਨੀਂਦ ਨਾ ਆਵੇ। ਇਹ ਵੀ ਹਾਠ ਹੀ ਹੈ ਨਾ। ਕਿਉਂ? ਬੜੀ ਵੱਡੀ ਜ਼ਿੰਮੇਵਾਰੀ ਹੈ ਡਰਾਈਵਰ ਦੀ। ਬਾਬਾ ਜੀ ਬਾਬਾ ਤਾਰਾ ਸਿੰਘ ਜੀ ਪਿਛਲੀ ਸੀਟ ਤੇ ਬੈਠੇ, ਡਰਾਈਵਰ ਦੇ ਮਗਰਲੇ ਪਾਸੇ, ਬਿਲਕੁਲ ਸਾਵਧਾਨ, ਖਿਆਲ ਧਿਆਨ ਬਿਲਕੁਲ ਡਰਾਈਵਰ ਤੋਂ ਵੱਧ। ਕਲਕੱਤੇ ਤੋਂ ਚਲਦਿਆਂ ਚਲਦਿਆਂ ਸਿਰਾਲੀ ਆ ਗਏ, ਪਰ ਨਾ ਕੋਈ ਬੰਬੀ ਮਿਲੀ, ਨਾ ਕੋਈ ਖੂਹ ਮਿਲਿਆ, ਨਾ ਪਕਾਈਆਂ ਨਾ ਖਾਧੀਆਂ। ਇੱਕ ਥਾਂ ਤੇ ਅਮਰੂਦ ਲੈਤੇ ਐਡੇ ਐਡੇ, ਇਲਾਹਾਬਾਦ ਦੇ ਲਾ ਕੇ ਮੇਰਾ ਖਿਆਲ ਸ਼ਾਇਦ ਕੋਈ ਕਾਨਪੁਰ ਦਾ ਲਾਗਾ ਹੋਊਗਾ, ਐਡੇ ਐਡੇ ਅਮਰੂਦ ਲੈਤੇ, ਲਓ ਖਾ ਲਓ ਧੋ ਕੇ ਅਮਰੂਦ। ਕੀ ਇਹ ਹਾਠ ਹੀ ਹੈ ਨਾ ਕਿ ਭੁੱਖੇ ਤੇ ਆਏ, ਚਲੋ ਸਫ਼ਰ ਨਿਬੇੜੀਏ। ਰੋਟੀ ਦੀ ਕਿਹੜੀ ਗੱਲ ਹੈ, ਇੱਕ ਡੰਗ ਨਾ ਖਾਵਾਂਗੇ, ਦੋ ਡੰਗ ਨਾ ਖਾਵਾਂਗੇ, ਫਲ ਫਰੂਟ ਖਾ ਲਓ। ਇਸ ਕਰਕੇ ਸੰਗਤ ਜੀ, ਮਹਾਂਪੁਰਖਾਂ ਨੇ ਆਪਣੀ ਜ਼ਿੰਦਗੀ ਵਿੱਚ ਆਪਣੇ ਸਰੀਰ ਨੂੰ ਬੜਾ ਕੋਹਿਆ, ਜੋ ਮੇਰੇ ਵੇਖਣ ਵਿੱਚ ਇੰਨਾ ਕੁ ਕੋਹਿਆ, ਇੰਨੀਆਂ ਭੁੱਖਾਂ ਤੇ ਕੱਟੀਆਂ, ਇੰਨਾ ਲੰਮਾ ਸਫ਼ਰ ਕੀਤਾ, ਇੰਨਾ ਹੱਠ ਕੀਤਾ। ਕਾਹਦੇ ਵਾਸਤੇ? ਗੁਰੂ ਕੀ ਕਾਰ ਵਾਸਤੇ, ਗੁਰੂ ਕੀ ਸੇਵਾ ਵਾਸਤੇ, ਪਰਉਪਕਾਰ ਦੇ ਕਾਰਜਾਂ ਵਾਸਤੇ, ਪਰਉਪਕਾਰ ਦੇ ਕੰਮਾਂ ਵਾਸਤੇ। ਸਾਰੀ ਜ਼ਿੰਦਗੀ ਬੜਾ ਸਰੀਰ ਨੂੰ ਤੋੜਿਆ, ਬੜਾ ਸਰੀਰ ਨੂੰ ਕੋਹਿਆ, ਔਰ ਇੱਥੋਂ ਤੱਕ ਇਹ ਗੱਲ ਪਹੁੰਚੀ ਜੋ ਤੁਸੀਂ ਵੇਖ ਰਹੇ ਹੋ। ਕਿਉਂਕਿ ਘਰੋਂ ਉੱਠੇ, ਨਾ ਕਿਸੇ ਦਾ ਗੜਵਾ ਫੜਿਆ, ਨਾ ਕਿਸੇ ਦੀ ਸੇਵਾ ਕੀਤੀ। ਆਪਾਂ ਵੇਖਦੇ ਹਾਂ ਪਿੱਛੋਂ ਲਾ ਕੇ ਬਾਬਾ ਜੀ ਬਾਬਾ ਗੁਰਮੁਖ ਸਿੰਘ ਜੀ ਸਤਿਕਾਰਯੋਗ, ਜਿਨ੍ਹਾਂ ਨੇ ਸੇਵਾ ਕੀਤੀ ਬਾਬਾ ਬੀਰਮਦਾਸ ਮਹਾਂਪੁਰਖਾਂ ਦੀ, ਪਟਿਆਲੇ ਵਾਲਿਆਂ ਦੀ। ਉਹਨਾਂ ਦੀ ਸੇਵਾ ਤੋਂ ਪ੍ਰਾਪਤੀ ਹੋਈ ਬਾਬਾ ਗੁਰਮੁਖ ਸਿੰਘ ਜੀ ਨੂੰ। ਉਹ ਹੀ ਬੜਾ ਵੱਡਾ ਹੱਠ ਕਰਕੇ ਮੈਂ ਇਸ ਪਾਸੇ ਤੁਰ ਪਿਆ, ਤੇ ਬੜਾ ਲੰਮਾ ਟਾਈਮ ਚਾਹੀਦਾ ਹੈ। ਬਾਬਾ ਗੁਰਮੁਖ ਸਿੰਘ ਜੀ ਨੂੰ ਕਿੰਨਾ ਹੱਠ ਕਰਨਾ ਪਿਆ, ਕਿੰਨਾ ਹੱਠ ਕਰਨਾ ਪਿਆ। ਕਿੰਨੇ ਬਾਬਾ ਬੀਰਮਦਾਸ ਜੀ ਨੇ ਕਿੰਨੀ ਵਾਰ ਬਾਬਾ ਜੀ ਦੀ ਪ੍ਰਤੀਖਿਆ ਲਈ। ਇੱਕ ਦੱਸਦਿਆਂ, ਬਾਬਾ ਬੀਰਮਦਾਸ ਜੀ ਜਾ ਰਹੇ ਨੇ, ਬਾਬਾ ਗੁਰਮੁਖ ਸਿੰਘ ਜੀ ਨਾਲ ਨੇ। ਛੋਟੀ ਉਮਰ ਹੈ, ਬਾਬਾ ਬੀਰਮਦਾਸ ਜੀ ਨੇ ਧੱਕਾ ਮਾਰਿਆ, ਖੂਹ ਵਿੱਚ ਸੁੱਟਤਾ ਬਾਬਾ ਗੁਰਮੁਖ ਸਿੰਘ ਜੀ ਨੂੰ। ਔਰ ਗੁਰੂ ਪਿਆਰੋ ਲਾਗੇ ਬੰਨੇ, ਅੱਜ ਕੱਲ ਦਾ ਸਮਾਂ ਨਹੀਂ ਸੀ ਖੇਤੀਬਾੜੀ ਕਰਨ ਵਾਲੇ, ਕਿਉਂਕਿ ਜੋਗਾਂ ਦੀਆਂ ਵਾਹੀਆਂ ਤਕਰੀਬਨ ਸਾਰਾ ਦਿਨ ਜ਼ਿਮੀਂਦਾਰਾਂ ਦਾ ਖੇਤਾਂ ਵਿੱਚ ਲੰਘਦਾ ਹੁੰਦਾ ਸੀ। ਸਾਡੀਆਂ ਬੀਬੀਆਂ ਭੈਣਾਂ ਮਾਤਾਵਾਂ ਨੇ ਪਿੱਛੇ ਪ੍ਰਸਾਦੇ ਪਾਣੀ, ਲੱਸਾ ਪਾਣੀ ਲੈ ਕਰਕੇ ਜਾਣਾ। ਉੱਥੋਂ ਦੇ ਖੇਤੀਬਾੜੀ ਵਾਲਿਆਂ ਨੇ ਵੀਰਾਂ ਆਣ ਕੇ ਬਾਬਾ ਗੁਰਮੁਖ ਸਿੰਘ ਜੀ ਬਾਹਰ ਕੱਢਿਆ। ਇੱਕ ਆਦਿਕ ਗੁਰੂ ਪਿਆਰਿਓ, ਬੜੀਆਂ ਵੱਡੀਆਂ ਪ੍ਰੀਖਿਆ ਹੋਰ ਜੋ ਬਾਬਾ ਗੁਰਮੁਖ ਸਿੰਘ ਜੀ ਨੂੰ ਦੇਣੀਆਂ ਪਈਆਂ। ਫਿਰ ਕੀ ਹੋਇਆ? ਫਿਰ ਬਾਬਾ ਬੀਰਮਦਾਸ ਜੀ ਨੇ ਬਚਨ ਕੀਤਾ, ਅੱਲਾਹ ਤਾਲਾ ਨੇ ਸੰਤਾਂ ਨੂੰ ਰੰਗ ਲਾ ਦਿਆ। ਕੀ ਪੜ੍ਹਦੇ ਨੇ? ਅੱਲਾਹ ਤਾਲਾ ਨੇ ਸੰਤਾਂ ਨੂੰ ਰੰਗ ਲਾ ਦਿਆ। ਐਸਾ ਰੰਗ ਲਾਇਆ, ਕਹਿਣ ਲੱਗੇ ਚੰਗਾ ਹੁਣ ਅੰਮ੍ਰਿਤਸਰ ਸਾਹਿਬ ਚਲੇ ਜਾ। ਕੀ ਕਰਾਂ ਬਾਬਾ ਜੀ ਜਾ ਕੇ? ਕਹਿਣ ਲੱਗੇ ਉੱਥੇ ਜਾ ਕੇ ਪ੍ਰੋਗਰਾਮਾਂ ਵਿੱਚ ਝਾੜੂ ਮਾਰੀ ਜਾਵੀਂ, ਬੜੀਆਂ ਵੱਡੀਆਂ ਸੇਵਾ ਕਰਾਉਣੀਆਂ ਨੇ, ਖਾਸ ਕਰਕੇ ਨਨਕਾਣਾ ਸਾਹਿਬ ਪਾਕਿਸਤਾਨ ਲਾਹੌਰ ਵਿੱਚ। ਉਹ ਸੇਵਾ ਸਾਰੀਆਂ ਮਾਰੇ ਤੇਰੇ ਕੋਲੋਂ ਲੈਣੀਆਂ। ਬਾਬਾ ਗੁਰਮੁਖ ਸਿੰਘ ਜੀ ਭਜਨ ਕਰ ਰਹੇ ਨੇ, ਬਾਬਾ ਬੀਰਮਦਾਸ ਜੀ ਕਹਿਣ ਲੱਗੇ ਬਾਬਾ ਜੀ ਨਾ ਮੇਰੇ ਕੋਲ ਕੋਈ ਸਿੰਘ, ਨਾ ਮੇਰੇ ਕੋਲ ਕੋਈ ਪੈਸਾ, ਨਾ ਮੇਰੇ ਕੋਲ ਕੋਈ ਸਵਾਰੀ। ਕਹਿਣ ਲੱਗੇ ਬਸ ਤੂੰ ਪਕਰਮਾਂ ਵਿੱਚ ਝਾੜੂ ਮਾਰਨਾ ਸ਼ੁਰੂ ਕਰ ਦੇ ਜਾ ਕੇ ਅੰਮ੍ਰਿਤਸਰ ਸਾਹਿਬ, ਆਪਣੇ ਆਪ ਹੀ ਤੈਨੂੰ ਆ ਕਰਕੇ ਸੇਠ ਮਿਲਣਗੇ। ਲਓ ਬਾਬਾ ਜੀ ਪੈਸੇ ਆਪਣੇ ਆਪ ਹੀ ਤੁਹਾਨੂੰ ਆਣ ਕੇ ਮਿਲਣਗੇ। ਬਾਬਾ ਜੀ ਮੈਂ ਹਾਜ਼ਰ ਹਾਂ, ਮੈਨੂੰ ਸੇਵਾ ਦੱਸੋ। ਆਪਣੇ ਆਪ ਹੀ ਗੱਡੀਆਂ ਚੜਾਉਣਗੇ। ਲਓ ਬਾਬਾ ਜੀ ਆ ਲਓ ਚਾਬੀਆਂ, ਇਹਨਾਂ ਗੱਡੀਆਂ ਤੋਂ ਸੇਵਾ ਲਓ। ਅੱਜ ਤੁਸੀਂ ਵੇਖ ਰਹੇ ਹੋ ਬਾਬਾ ਜੀ ਬਾਬਾ ਗੁਰਮੁਖ ਸਿੰਘ ਜੀ ਦੀ ਕਾਰ ਸੇਵਾ, ਜੋ ਕਿ ਸਿਖਰਾਂ ਤੇ ਅੱਜ ਵੀ ਚੱਲ ਰਹੀ ਹੈ। ਜਿਨ੍ਹਾਂ ਦੇ ਜਥੇਦਾਰ ਅੱਗੇ 45 ਜਥੇਦਾਰ ਹੋਏ। ਬਾਬਾ ਜੀ ਬਾਬਾ ਗੁਰਮੁਖ ਸਿੰਘ ਉਹਨਾਂ ਦੇ ਬਾਬਾ ਦਲੀਪ ਸਿੰਘ ਜੀ, ਬਾਬਾ ਜੀਵਨ ਸਿੰਘ ਜੀ, ਬਾਬਾ ਝੰਡਾ ਸਿੰਘ ਜੀ, ਗੁਰੂ ਪਿਆਰਿਓ ਬਾਬਾ ਉੱਤਮ ਸਿੰਘ ਜੀ, ਬਾਬਾ ਖੜਕ ਸਿੰਘ ਜੀ, ਕਿੰਨਿਆਂ ਕੁ ਦੇ ਨਾਮ ਲਵਾਂ। ਇਹ 45 ਜਥੇਦਾਰ ਹੋਏ ਬਾਬਾ ਜੀ ਬਾਬਾ ਗੁਰਮੁਖ ਸਿੰਘ ਦੇ, ਜਿਨ੍ਹਾਂ ਨੇ ਅੱਗੇ ਗੁਰੂ ਪਿਆਰਿਓ 45 ਨੇ ਸੇਵਾ ਜੋ ਨੇ ਅੱਗੇ ਹੋਰ ਵਧਾਈਆਂ ਤੇ ਅੱਗੇ ਹੋਰ ਵਧੀਆਂ। ਪਰ ਪ੍ਰਾਪਤੀ ਕਿਤੋਂ ਹੋਈ? ਬਾਬਾ ਬੀਰਮਦਾਸ ਜੀ ਪਾਸੋਂ ਸੇਵਾ ਕਰਕੇ ਪ੍ਰਾਪਤੀ ਹੋਈ।
पर बाबा जी बाबे तारा सोहना ने किसी का गड़वा नहीं फड़िया, किसी की सेवा नहीं की। सतगुरु सच्चे पातशाह ने कृपा करके जो बल उद्यम बख्शिश किया वो सेवा सतगुरु जी ने कृपा करके शुरू कराइया और सेवा चलियां, भावें धीमे धीमे चलियां, शुरू होइयां। क्योंकि ना उन्होंने समय गुरमुख प्यारिओ सिंघां दे खाण नूं प्रसादा केवल मिस्त्रियों वास्ते प्रसादा मिलता सी, कणक का केवल मिस्त्री सिंघां वास्ते, बाकी सिंघां वास्ते मोटे चौल ते दाला, चाह वास्ते किकर दा सक, गर्म जल वास्ते पिपल दा सक, वो भी बराना गुड़ दा। इत्थों गुरु प्यारे सारे हाठी ने ना। अजकल किसी नूं पिपल दा सक पिया दो कौन पींदा है, गुड़ दी बरानी चाह पिया दो कौन पींदा है। गुरमुख प्यारे उस समय सन, बड़े स्वादन दे नाल सिंह छकदे सी। बाबा जी बाबे देवा सिंह जी महापुरख होए ने चोला साहब तो। गुरु अर्जन साहब सच्चे पातशाह महाराज के पावन स्थान जिथे महाराज ने भजन किया है, हर धन संचन हर नाम भोजन यो नानक कीनो चोला। चोले साहब सेवा लवाई बाबे देवा होना ने कि बाबा जी साडा तो काम है भजन बंदगी करना, आप जी कार सेवा कराउंदे हो। टप्पा लाता बाबे देवा होना ने, चोले साहब बाबा जी ने सेवा आरंभ कर दी। दुख निवारण साहिब जिथे सतगुरु सच्चे 3 साल कुछ दिन उत्थे महाराज जी ठहरे। चोले साहब जिथे महाराज स्नान करते सन ढाब विच, उहदा नाम गुरदा दुख निवारण साहिब। जिथे स्टील वाला गुंबज है, जिथे सतगुरु जी बाग विच खुले मैदान विच आ करके संगतां नूं उपदेश देंदे सन, वो भी स्थान महापुरखां ने बनाया। गुरुद्वारा गुरु कोहड़ी वो अंदर है बाजार विच, जिथे माता जी माता गंगा जी ते गुरु हरगोबिंद साहब सच्चे पातशाह उस समय कुछड़ सन। उन्हां स्थानां दी महापुरखां ने सेवा करवाई, सेवा चल रही है। बाबा जी बाबे देवा सिंह जी आए, की वेख्या सिंह बराना गर्म जल बरानी चाह पी रहे ने। बाबा जी पूछन लगे बाबे देवा सिंह जी कि बाबा जी सिंघां नूं दुध पानी ये बराना बिना दुधों जल पानी छक रहे है। बाबा जी कहन लगे जिहड़ा दुध संगत लियाउंदी है ना, वो बाबा जी संगत नूं छका दईदा है, सिंघां नूं बराना जल पानी छकाईदा है, इन्हां नूं दुध नहीं छकाईदा। क्योंकि एक तो दुध आया हुंदा गजे दा संगतां दे घरों घरों इकट्ठा हो करके, दूसरा संगतां दा संगतां विच वरता दईदा, इन्हां नूं बराना जल पानी छकाईदा है। ते बाबा देवा सिंह जी कहन लगे बाबा जी तुहाडे सिंह बड़े सिदकी संतोखी है, साडिआं नूं ते हाड़वा ही हो गया है। बाबा देवा सिंह जी कहन लगे बाबा जी साडे सिंह नूं ते हाड़वा ही हो गया है। वो हाड़वा की जो मिल गया वो छक लिया। इत्थों तक कि जाके शराब भी पी आउंदे रहे। बाबे देवा होना दे सेवक संगी साथी जाके शराब भी पी आने, पर महापुरखों ने उन्होंने कभी कुछ नहीं सीखा। चलो क्योंकि सतगुरु का पावन बचन है, कर करे सो ऐ कर पाए, कीता पाइए अपना सा घाल बुरी क्यों घाली है, मंदा मूल न कीचे दे लम्मी नदर निहाली है, जो साहब नाल ना हारी तेवे हा पासा ढाली है, किस लाहे उपर घालीए। इन्हां भजनों के पहरा देंदियां बाबा जी बाबे देवा होना ने कभी कुछ नहीं सीखा, क्योंकि अपनी कीती का फल आपे पाउणगे। गुरमुख प्यारे बाबे देवा होना तो बाद ब्रेक लग गई, अगे जथेबंदी उत्थे रुक गई। क्यों? कोई प्राप्ति करने वाला ना रहा, असूल कानून छड्ड बैठे, रहो विचार। बाबा देवा सिंह जी ने, बाबा ध्यान सिंह जी ने जिथे महापुरखा ने दुख निवारण हसली शुरू कराई, उत्थे लागे किकर है। दास ने भी दूरों वेख्या, जान का तो समा नहीं मिलिया। उत्थे अपने आप नूं इन्ना इन्ना धरती विच गड्ढ करके टिब्बियां विच ठंडे दे समय विच, ठंडे समय विच सरदी उत्ते इन्ना इन्ना धरती विच टोआ पुट के विच बह जाना ते बंदगी करनी। बाबा जी बाबा ध्यान सिंह जी वड्डे सन, बाबा देवा सिंह जी तो छोटे सन। इन्हां ने उत्थे बड़ी बंदगी की। लागे जी नहर वगदी सी, जिस नहर चों दुख निवारण हंसली बना के पाई है। हंसली तो भाव है कि खाल पक्का करके जगह जगह 10 बाई 10 दे हौद बना के रेता दे जमा होने वास्ते रेता बह जाए पर नितर के सरोवर में जाए, उन्होंने कहता हौद हंसली बनाई
उस नहर में आके बाबा जी ने फिर ऐना जल में आके खड़े हो जाना। जदों नींद आनी चुभा लगना फिर सावधान हो जाना। ऐसिया बंदियां महापुरखों ने कीतियां संगत जी हट करके। सो बेनती आप हट करके बैठे हो, हट करके तुसां लोहां ताईयां, हट करके चुल्हे ताए, हट करके लंगर तैयार किए। पर आपां वेंदे आ जदों सिंह सर्दी रुत विच ठंड की रुत विच गन्ने दी ट्रालियां लेके जाते हैं उदों भी तो हट ही हुंदा है ना। इस करके बेनती है कोई गल नहीं, यह समा भागां दे नाल मिलदा है। सतगुरु जी ने कृपा की रहमत की है। इस भागा समा साध संगत करन दा सतगुरु सच्चे पातशाह ने बख्शिश की है। तां ये समा ये घड़ियां ये पल आपां नूं प्राप्त होए। रहो विचार अंतले समय तक महापुरखों ने सेवा के संबंध विच सिमरन के संबंध विच उन्हां नगरां विच जिवें कि खास करके करमू वाला पिंड है, करमू वाला तुसीं भी इत्थे वेखिया होगा। इस इलाके में कुछ पिंड सन जिन्हां दा काम सी शराबां कढणियां, शराबां वेचणियां, शराबां पीणियां। करमू वाले काम सी शराबां कढणियां, शराबां वेचणियां, शराबां पीणियां, मच्छियां फड़ के खाणियां। महापुरखों ने उन्हां इलाकों में भी जा जाके पड़ाव लाए, पड़ाव बनाए। उत्थे सत्संग होना अज होर कल होर। सतगुरां दी कृपा द्वारा गुरु प्यारिओ अज रंग लगे पैने। पर शरीर ढिलाई हुंदियां होइयां भी रोज सवेरे शाम जाना ही जाना सेवा वेखण वास्ते। सवेरे शाम जाना ही जाना सेवा वेखण वास्ते। जिवें कि गोंदवाल साहब के लागे दो लंगर, एक लंगर जदों आपां फतेहाबाद निकलदे खब्बे हथ रवि शेर दे बाग लागे, उस तो अगे फिर शहर के नाल एक लंगर, तीसरा लंगर खडूर साहब रोड ते, चौथी सेवा भरोवाल। ये सारियां सेवा महापुरखों ने सवेर के टाइम इधर इलाका कढ़ना ते पिछले टाइम जां चोले साहब जां सराली साहब। ये छोटा गेड़ा पिछले टाइम कढ़ना तो फिर की होना पता लग जाना बाजार वालियां नूं, चोले साहब वालियां नूं कि बाबा जी आए ने। बाबा जी ने अपनी सीट ते पिछे बैठे ने। शहर वाले दुकाना वाले ने आना, अपनी अपनी जो इच्छा है 10 20 50 रुपये फतेह बुलाई जानी, अगली सीट ते पैसे रखी जाने। तुर लग्या जिन्नी माया होनी सारी फौजी साहब जसवंत सिंह पिंड सुर सिंह तो कहना लो फौजी साहब माया चुक लो सारी, लंगर वास्ते रस बस लै आयो। गुरमुख प्यारिओ जे किते नहीं जाया गया, शरीर ज्यादा ढिलाई विच है ते कहना अज महाराज की कहणगे आया ही नहीं, सेवा वेखण आया ही नहीं। गुरमुख प्यारिओ ध्यान फिर ही विच ही होना, अज जाया नहीं गया। इस करके जो सेवा है मुक्त भुगत जुगत तेरी सेवा, जिस तू आप कराए हैं तहां बैकुंठ जह कीर्तन तेरा, तू आपे सरदा लाए हैं। तुसीं बैठे हो इस वेले बकुंठ विच। कहो कबीर है कहिए काहे, साध संगत बैकुंठ है आहे। यह चीज़ नूं क्या बैकुंठ धाम। तुसीं इस वेले बकुंठ विच बैठे हो, मन सुरतियां कागर करके बैठे हो। जो मैं पिछली बारी होके गया ना, सिंह साहब जी बैठे सन, वदैगी देनी सी, तोरना सी उन्होंने, क्योंकि बड़े मिन्नतां करके हथ जोड़ करके प्यार दे नाल चिट्ठी भेज इन्हां तो वड्डियां नूं बेनती की, फोन किया सिंह साहब ज्ञानी जगतार सिंह जी नूं कि सिंह साहब जी जां ते आप आओ जां फिर अपनी थां ते दूसरा सिंह साहब भेजो। कहने लगे ज्ञानी बलविंदर सिंह के नाम की चिट्ठी आई है, मैं उन्होंने भेज देना। इस तरह करके इन्हां गुरमुख प्यारों ने सदना किया, तां जाके तोरना पैंदा है। जिवें सदिए महापुरखों का बचन होया कर सी, आते को आदर दिओ जाते को नवाओ सीस। इस करके हम तोरन वास्ते गया सा, तोर करके फिर तुहाडे हाजिर हो गया। पर हुण शांति हुई है, हुण कोई रौला नहीं, कोई आवाज़ नहीं। तिल जिन्ना भी तिल भी डिगदा ते खड़के का पता लगता है कि इन्नी शांति है, चुपचाप है। सतगुरु सच्चे पातशाह कृपा करन। संगत जी मैं जो बेनती करने वास्ते खास करके तुहाडे पास पहुंचा हाँ,
ਪਹਿਲਾਂ ਕੋਈ ਮਨ ਨਹੀਂ ਸੀ ਜੋ ਸੁਲਤਾਨਪੁਰ ਸਾਹਿਬ ਲੰਗਰਾਂ ਦੀ ਸੇਵਾ ਹੋਣੀ ਹੈ। 1 ਤਰੀਕ ਨੂੰ ਮੱਸਿਆ ਵਾਲੇ ਦਿਨ ਨਨਕਾਣਾ ਸਾਹਿਬ ਤੋਂ ਜੋ ਨਗਰ ਕੀਰਤਨ ਆ ਰਿਹਾ ਹੈ, ਉਹ ਕੱਲ ਨੂੰ ਰਾਤ ਦਾ ਪੜਾ ਗੁਰਦੁਆਰਾ ਨਾਨਕਸਰ ਚੌਲੀਆ ਵਿਖੇ ਹੈ। ਉਸ ਦੇ ਸੰਬੰਧ ਵਿੱਚ ਤਿਆਰੀਆਂ ਵਿਆਰੀਆਂ ਤਕਰੀਬਨ ਮੋਟੀਆਂ ਹੋ ਹੀ ਗਈਆਂ ਨੇ। ਬਾਕੀ ਲੰਗਰਾਂ ਦੀ ਰਹਿ ਗਈ, ਉਹ ਕੱਲ ਨੂੰ ਹੋ ਜਾਣੀ ਹੈ। ਉਹ ਗੁਰਮੁਖ ਪਿਆਰੇ ਪ੍ਰਬੰਧਕ ਜਣ ਆਏ ਨਾਨਕ ਮਤਾ ਸਾਹਿਬ ਤੋਂ, ਹਾਪੜ ਮਿਸ਼ਨ ਤੋਂ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਕਾਂਚੀਪੁਰ ਉੱਥੇ ਮਿਸ਼ਨ ਹੈ, ਉੱਥੋਂ ਸਾਰੇ ਇਕੱਠੇ ਹੋ ਕਰਕੇ ਆਏ। ਅੱਗੇ ਰੂਟ ਬਣਾਉਂਦੇ ਜਾਂਦੇ ਨੇ, ਦੱਸਦੇ ਜਾਂਦੇ ਨੇ ਨਗਰ ਕੀਰਤਨ ਆ ਰਿਹਾ ਹੈ, ਸੰਗਤ ਕਿੰਨੀ ਹੋਵੇਗੀ, ਰਾਤ ਦਾ ਵਿਸ਼ਰਾਮ ਕਿੱਥੇ ਹੈ, ਦਿਨ ਦਾ ਕਿੱਥੇ ਹੈ। ਸਾਰਾ ਬਚਨ ਬਲਾਸ ਹੋਣ ਤੋਂ ਬਾਅਦ ਉਦੋਂ ਮਨ ਬਣਿਆ ਕਿ ਆਪਾਂ ਨੂੰ ਵੀ ਲੰਗਰ ਦੀ ਤਿਆਰੀ ਕਰਨੀ ਚਾਹੀਦੀ ਹੈ। ਜਿਵੇਂ ਪਟਨਾ ਸਾਹਿਬ ਸਤਿਗੁਰੂ ਜੀ ਨੇ ਸੇਵਾ ਲਈ ਹੈ, ਪਟਨਾ ਸਾਹਿਬ ਉਸੇ ਵੇਲੇ ਵੀ ਕੰਮ ਜਿਹੜਾ ਆਪ ਜੀ ਨੂੰ ਪਤਾ ਸੰਗਤ ਜੀ, ਉਧਰ ਸਨ 17 ਦੇ ਵਿੱਚ ਜਦੋਂ ਉਦਘਾਟਨ ਹੋਇਆ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਹੜੇਲਾ ਵਿਖੇ, ਉਧਰ ਉਦਘਾਟਨ ਹੋਇਆ, ਉਧਰ ਨੋਟਬੰਦੀ ਹੋ ਗਈ। ਸ਼ਾਇਦ 16 ਸੀ ਜਾਂ 17 ਸੀ, ਮੈਨੂੰ ਪੂਰਾ ਚੇਤਾ ਨਹੀਂ। ਇਹ ਸਾਰੇ ਕੰਮ ਇਕੱਠੇ ਹੋ ਗਏ, ਉਧਰ ਲੰਗਰਾਂ ਦੀ ਸੇਵਾ ਮਿਲ ਗਈ। ਸਤਿਗੁਰ ਸੱਚੇ ਪਾਤਸ਼ਾਹ ਦੇ ਪਟਨਾ ਸਾਹਿਬ ਦੇ ਤਖਤ ਸਾਹਿਬ ਵੱਲੋਂ ਜੋ ਚਿੱਠੀ ਮਿਲੀ, ਜਦੋਂ ਚਿੱਠੀ ਲੈਣ ਵਾਸਤੇ ਗਏ, ਚਿੱਠੀ ਮਿਲਣ ਤੋਂ ਬਾਅਦ ਸਿੱਧੇ ਤਖਤ ਸਾਹਿਬ ਗਿਆ, ਜਾ ਕੇ ਅਰਦਾਸ ਬੇਨਤੀ ਕੀਤੀ, ਸਤਿਗੁਰੂ ਜੀ ਇਸ ਵੇਲੇ ਬਿਲਕੁਲ ਪੋਜੀਸ਼ਨ ਟਾਈਟ ਹੈ, ਬਿਲਕੁਲ ਕੰਮ ਸਿਖਰ ਤੇ ਹੈ, ਆਪ ਜੀ ਕਿਰਪਾ ਰੱਖਿਓ। ਇਹ ਲੰਗਰਾਂ ਦੀ ਸੇਵਾ ਮਿਲੀ ਹੈ, ਆਪ ਜੀ ਸਿਰ ਤੇ ਹੱਥ ਰੱਖ ਕੇ ਸਾਰੀਆਂ ਸੰਗਤਾਂ ਤੋਂ ਇਹ ਆਪ ਹੀ ਭੁਗਤਾ ਲਿਓ, ਆਪ ਹੀ ਸੇਵਾ ਲੈ ਲਿਓ। ਸੰਗਤ ਜੋ ਚਿੱਠੀ ਮਿਲੀ ਸੀ, ਚਿੱਠੀ ਦੀ ਫੋਟੋ ਖਿੱਚ ਕਰਕੇ ਸਿੰਘਾਂ ਨੇ ਸਾਰੇ ਹੀ ਦੇਸ਼ ਵਿਦੇਸ਼ ਦੇ ਸਿੰਘਾਂ ਨੂੰ ਉਹ ਚਿੱਠੀਆਂ ਭੇਜਤੀਆਂ, ਥੱਲੇ ਅਕਾਊਂਟ ਨੰਬਰ ਭੇਜਤਾ। ਉਹਨਾਂ ਗੁਰਮੁਖ ਪਿਆਰਿਆਂ ਨੇ, ਰੱਬ ਜਾਣੇ ਵਾਹਿਗੁਰੂ ਜਾਣੇ, ਜੋ ਸੇਵਾ ਉਹਨਾਂ ਨੇ ਜਥੇਦਾਰਾਂ ਨੇ ਇਕੱਤਰ ਕਰਕੇ ਉਹਨਾਂ ਖਾਤਿਆਂ ਵਿੱਚ ਪਾਈ। ਕੋਈ ਚੈੱਕ ਬਾਉਂਸ ਨਹੀਂ ਹੋਇਆ, ਕੋਈ ਚੈੱਕ ਖਾਲੀ ਨਹੀਂ ਗਿਆ। ਉੱਥੇ ਚੈੱਕ ਕੱਟ ਦੇਈ ਗਏ, ਰਸਤਾਂ ਬਸਤਾਂ ਆਉਂਦੀਆਂ ਰਹੀਆਂ, 100 ਸਿਲੰਡਰ, ਜੋ ਦੁੱਧ, ਜੋ ਰਸਤਾਂ, ਜੋ ਸਬਜ਼ੀਆਂ, ਸਾਰਾ ਦਲ ਪੰਥ ਇਸੇ ਕੰਮ ਤੇ ਲੱਗਾ ਸੀ। ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਲੱਜਪਤ ਰੱਖੀ, ਲੱਜਪਤ ਰੱਖ ਲਈ। ਇੱਕ ਚੈੱਕ ਆ ਕੇ ਇੱਥੇ ਆ ਕੇ ਹੋਇਆ, ਇੱਥੇ ਆ ਕੇ ਹੋਇਆ, ਉੱਥੇ ਨਹੀਂ ਹੋਇਆ ਕੋਈ ਵੀ। ਗੁਰੂ ਪਿਆਰਿਓ, ਹੁਣ ਮਨ ਬਣਿਆ ਹੈ 1 ਤਰੀਕ ਤੋਂ ਕਿ ਸੰਗਤ ਜੀ ਲੰਗਰ ਦੀ ਸੇਵਾ ਸੁਲਤਾਨਪੁਰ ਸਾਹਿਬ ਆਪਾਂ ਲੈ ਲਈਏ। 1 ਨਵੰਬਰ ਤੋਂ ਲੈ ਕਰਕੇ 15 ਨਵੰਬਰ ਤੱਕ ਦਾ ਪ੍ਰੋਗਰਾਮ ਹੈ। ਵੈਸੇ 12 ਤੱਕ ਸੰਪੂਰਨਤਾ ਹੀ ਹੋ ਜਾਣੀ 550 ਸਾਲੇ ਦੀ, ਪਰ ਫਿਰ ਵੀ ਤਿਆਰੀ ਵੈਰੀ ਜੋ ਸਮਾਨ ਇਧਰੋਂ ਲੈ ਕੇ ਜਾਣਾ, ਸਾਰਾ ਸਾਜੋ ਸਮਾਨ ਇਕੱਠਾ ਕਰਕੇ ਤੁਰਨਾ, ਦਿਹਾੜੀ ਲੱਗ ਹੀ ਜਾਂਦੀ ਹੈ। 12 ਤਰੀਕ ਤੱਕ ਤਾਂ ਲੰਗਰ ਲਗਾਤਾਰ ਉੱਥੇ ਨਿਰੰਤਰ ਚੱਲਣਾ ਹੈ। ਜਿਸ ਦੇ ਸੰਬੰਧ ਵਿੱਚ ਉਦੋਂ ਹੀ ਬੇਨਤੀ ਕੀਤੀ ਸੀ, ਹੋਰ ਕਿਹਾ ਕੁਝ ਨਹੀਂ, ਸਿਰਫ ਇੱਕੋ ਹੀ ਗੱਲ ਹੈ ਕਿ ਤੁਹਾਡਾ ਹੰਗਾਰਾ ਚਾਹੀਦਾ ਹੈ, ਮਾਈਆਂ ਦਾ, ਭਾਈਆਂ ਦਾ, ਲੰਗਰ ਵਾਲਿਆਂ ਦਾ, ਜਥੇਦਾਰਾਂ ਦਾ, ਭਾਵੇਂ ਦੇਸ਼ ਵਿੱਚ ਹੋ ਭਾਵੇਂ ਵਿਦੇਸ਼ ਵਿੱਚ ਹੋ। ਤੁਹਾਡਾ ਹੰਗਾਰਾ ਕਿੱਥੋਂ ਮਿਲਣਾ ਹੈ? ਤੁਹਾਡੇ ਜਕਾਰੇ ਵਿੱਚੋਂ। ਉੱਥੇ ਵੀ ਹੰਗਾਰਾ ਮਿਲਿਆ, ਭਰਵਾਂ ਹੰਗਾਰਾ ਮਿਲਿਆ ਸੰਗਤ ਜੀ। ਚੋਲੀਆ ਗੁਰਦੁਆਰਾ ਸਾਹਿਬ, ਲਖਾ ਗੁਰਦੁਆਰਾ ਸਾਹਿਬ, ਫਿਰ ਢੇਲਾ ਵਿਖੇ। ਅੱਗੇ ਆ ਗਿਆ ਐਤਵਾਰ 4 ਤਰੀਕ ਨੂੰ, ਇੱਥੇ ਵੀ ਉਦੋਂ ਪ੍ਰੋਗਰਾਮ ਸੀ, ਢਾਡੀ ਸਿੰਘ ਵੀ ਆਏ। ਸੰਗਤ ਜੀ ਉਸ ਦਿਨ ਤੋਂ ਤਿਆਰੀ ਵਾਰੀ ਕੀਤੀ ਆ। ਹੁਣ 10-15 ਨੂੰ ਵਾਪਸ ਆਇਆ ਹੈ। ਪੰਜਾਬੋਂ ਫੋਰਮੈਨ ਨਾਲ ਗਿਆ ਸੀ, ਜਿੱਥੇ ਲੰਗਰ ਲਾਉਣਾ ਹੈ ਉਹਦੇ ਸ਼ੈੱਡ ਦੀ ਤਿਆਰੀ, ਕਿ ਲੰਗਰ ਕਿੱਥੇ ਬਣਾਉਣਾ, ਕਿੱਥੇ ਛਕਾਉਣਾ, ਕਿੱਥੇ ਸੰਗਤਾਂ ਨੇ ਠਹਿਰਨਾ ਹੈ, ਉਹਦੀ ਦੇਖ ਰੇਖ ਨੇਤਰ ਝਾੜੂ ਕਰ ਰਹੇ ਆ। ਸੰਗਤ ਜੀ ਹੁਣ ਤਿਆਰੀ ਵਾਰੀ ਸ਼ੁਰੂ ਹੋ ਗਈ ਹੈ। 1 ਅਕਤੂਬਰ ਤੋਂ ਬਾਅਦ ਫਿਰ ਬਿਲਕੁਲ ਹੀ ਪੜਾਅ ਉੱਥੇ ਲਾਉਣਾ ਪੈਣਾ ਪੂਰੀ ਤਿਆਰੀ ਵਾਰੀ ਕਰਨ ਵਾਸਤੇ। ਅੱਜ ਦਾ ਪ੍ਰੋਗਰਾਮ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਸੰਪੂਰਨ ਹੋ ਰਿਹਾ ਹੈ। ਹੁਣ ਅਰਦਾਸ ਵਾਲੇ ਪਾਸੇ ਵੱਧ ਰਹੇ ਆ। ਬਾਬਾ ਜੀ ਨੂੰ ਬੇਨਤੀ ਕੀਤੀ, ਆਨੰਦ ਸਾਹਿਬ ਆਪ ਜੀ ਕਿਰਪਾ ਕਰਕੇ ਗੁਪਤ ਕਰ ਦਿਓ। ਕੱਲ ਨੂੰ ਜੋ ਨਨਕਾਣਾ ਸਾਹਿਬ ਜਦੋਂ ਨਗਰ ਕੀਰਤਨ ਆ ਰਿਹਾ ਹੈ, ਕੱਲ ਨੂੰ ਰਾਤਰੀ ਦਾ ਪੜਾ ਕਾਰ ਸੇਵਾ ਗੁਰਦੁਆਰਾ ਨਾਨਕਸਰ ਚੌਲੀਆ, ਔਰ ਪਰਸੋਂ ਰਵਾਨਗੀ ਦੇ ਕਰਕੇ ਸੰਗਤ ਜੀ ਦਾਸ ਨੇ ਫਿਰ ਕੁਝ ਘੰਟਿਆਂ ਵਾਸਤੇ ਇੱਥੇ ਆਉਣਾ ਹੈ ਆਪਣੀ ਤਿਆਰੀ ਵਿਆਰੀ ਕਰਨ ਵਾਸਤੇ, ਕਿਉਂਕਿ ਦਾਸ ਦੀ ਵੀ ਟਿਕਟ 9 ਸਾਲਾਂ ਬਾਅਦ ਇੰਗਲੈਂਡ ਦੀ ਤਿਆਰੀ ਹੋਈ। 9 ਸਾਲਾਂ ਬਾਅਦ
ਪਹਿਲਾਂ ਗਿਆ ਦਾਸ 7 ਵਿੱਚ, ਫਿਰ ਗਿਆ 10 ਵਿੱਚ। ਉੱਥੇ ਵੀ ਗੁਰਮੁਖ ਪਿਆਰਿਆਂ ਨੇ, ਜਿਵੇਂ ਤੁਸੀਂ ਇੱਥੇ ਸਾਰੇ ਜਥੇਦਾਰ, ਸਾਰੀਆਂ ਸੰਗਤਾਂ, ਮਾਈ ਭਾਈ ਸੰਯੋਗ ਦਿੰਦੇ ਹੋ, ਉੱਥੋਂ ਵਾਲੇ ਵੀ ਇਸ ਤਰ੍ਹਾਂ ਸੰਯੋਗ ਦਿੰਦੇ ਨੇ। ਜਿਵੇਂ ਪਿੱਛੇ ਅਮਰੀਕਾ ਵਿੱਚ ਗਏ, ਸਿੰਘੋ ਆਖਣ ਦੀ ਲੋੜ ਨਹੀਂ ਪੈਂਦੀ। ਉੱਥੇ ਕਹਿਣਾ ਮਾੜਾ ਮੰਨਿਆ ਜਾਂਦਾ, ਕਹਿਣ ਦੀ ਲੋੜ ਨਹੀਂ ਪੈਂਦੀ, ਬਸ ਹੋਕਾ ਹੀ ਦੇਣਾ, ਸੰਗਤ ਜੀ ਆਏ ਆ। ਬੜਾ ਸੰਗਤਾਂ ਨੇ ਹੁੰਗਾਰਾ ਦਿੱਤਾ ਪਿੱਛੇ ਅਮਰੀਕਾ ਵਿੱਚ, 1.5 ਮਹੀਨਾ ਲੱਗਾ। ਹੁਣ ਵੀ 22 ਤਰੀਕ ਦੀ ਟਿਕਟ ਹੈ। ਟਿਕਟ ਇਕੱਲੇ ਦੀ ਹੈ, ਕਿਉਂਕਿ ਹੋਰ ਦੂਜੇ 2 ਸਿੰਘਾਂ ਦਾ, ਗੁਰਪ੍ਰੀਤ ਸਿੰਘ ਤਪਲੇ ਵਾਲਾ, ਗੁਰਪ੍ਰੀਤ ਸਿੰਘ ਭਿੰਡਰ, ਉਹਨਾਂ ਨੂੰ ਵੀਜ਼ਾ ਸਰਕਾਰ ਨੇ ਦਿੱਤਾ ਨਹੀਂ। ਉੱਥੋਂ ਲੈਣ ਵਾਸਤੇ ਜਥੇਦਾਰ ਆ ਰਿਹਾ ਭਾਈ ਲਖਵਿੰਦਰ ਸਿੰਘ ਖਡੂਰ ਸਾਹਿਬ ਵਾਲਾ, ਉਹ 21 ਤਰੀਕ ਨੂੰ ਦਿੱਲੀ ਪਹੁੰਚ ਰਿਹਾ ਹੈ। 21 ਤਰੀਕ ਨੂੰ ਅਖੰਡ ਪਾਠਾਂ ਦੇ ਭੋਗ ਨੇ ਬੰਗਲਾ ਸਾਹਿਬ। ਇੱਕ ਤੇ ਪਹਿਲਾਂ ਰਹਿੰਦਾ ਸੀ, ਇੱਕ ਹੁਣ ਜਾਣ ਦੀ ਤਿਆਰੀ, ਉਹ ਸ੍ਰੀ ਅਖੰਡ ਪਾਠ ਸਾਹਿਬ ਉੱਥੇ ਬੰਗਲਾ ਸਾਹਿਬ 21 ਨੂੰ ਭੋਗ ਪਾਉਣੇ ਨੇ। 22 ਨੂੰ ਫਿਰ ਇਕੱਠੇ ਹੋਵਾਂਗੇ। ਬਾਬਾ ਜੀ 19 ਤਰੀਕ ਨੂੰ ਪਹੁੰਚ ਰਹੇ ਨੇ, 22 ਤਰੀਕ ਨੂੰ ਫਿਰ ਫੌਜਾਂ ਦੀ ਰਵਾਨਗੀ ਹੈ ਤੇ ਬਾਬਾ ਜੀ ਉੱਥੇ ਮਿਲਣਗੇ 에ਅਰਪੋਰਟ ਤੇ 1 ਮਹੀਨੇ ਵਾਸਤੇ। 22 ਤਰੀਕ ਨੂੰ ਚਾਲਾ, 24 ਤਰੀਕ ਨੂੰ ਵਾਪਸੀ। ਸੰਗਤ ਜੀ ਇਹ ਪ੍ਰੋਗਰਾਮ ਨੇ 1 ਮਹੀਨੇ ਦੇ ਇੰਗਲੈਂਡ ਦੇ ਜੋ ਤੁਹਾਡੀ ਸੰਗਤਾਂ ਦੀ ਸੀਸ, ਇਹਨਾਂ ਮਹਾਂਪੁਰਖਾਂ ਦੀ ਦੇਣ, ਜਿਨ੍ਹਾਂ ਪਾਸੋਂ ਇੱਕ ਬੁਰਕੀ ਜਿਵੇਂ ਕੁੱਤੇ ਨੂੰ ਮਿਲਦੀ ਹੈ ਰੋਜ਼, ਝੂਠੀ ਮਿਲਦੀ ਰਹੀ, ਉਹ ਸ਼ੀਤਲ ਪ੍ਰਸਾਦ ਦਾ ਸਦਕਾ, ਸਤਿਗੁਰਾਂ ਦੀ ਕਿਰਪਾ ਰਹਿਮਤ ਦਾ ਸਦਕਾ, ਇਹ ਸਾਰੇ ਕਾਰਜ, ਸਾਰੇ ਕੰਮਕਾਰ, ਸੇਵਾ ਦੇ ਜੋ ਵੀ ਤੁਸੀਂ ਵੇਖ ਰਹੇ ਹੋ, ਇਹ ਸਤਿਗੁਰਾਂ ਦੀ ਕਿਰਪਾ ਦੁਆਰਾ ਤੇ ਮਹਾਂਪੁਰਖਾਂ ਦੀ ਬਦੌਲਤ, ਉਹਨਾਂ ਦੇ ਨਾਂ ਤੇ ਇਹ ਸਮੁੱਚੀਆਂ ਸੇਵਾ ਹੋ ਰਹੀਆਂ ਨੇ। ਸਤਿਗੁਰੂ ਜੀ ਸੇਵਾ ਲੈ ਰਹੇ ਨੇ, ਜਿਸ ਦੇ ਨਾਲ ਨਾਲ ਸਮੁੱਚੀਆਂ ਸੰਗਤਾਂ, ਭਾਵੇਂ ਕਿਸੇ ਦੇਸ਼ ਵਿੱਚ ਵੀ, ਕਿਸੇ ਕੋਨੇ ਵਿੱਚ ਵੀ ਬੈਠੇ ਹੋ, ਦਾਸ ਨੂੰ ਤੁਹਾਡੇ ਉੱਤੇ ਮਾਣ ਹੈ, ਤੁਹਾਨੂੰ ਮੇਰੇ ਉੱਤੇ ਮਾਣ ਹੈ। ਅੱਖਾਂ ਮੀਟ ਕੇ ਪੈਸਾ ਦੇਈ ਜਾਂਦੇ ਹੋ ਤੇ ਦਾਸ ਤੁਹਾਡੇ ਦਿੱਤੇ ਹੋਏ ਪੈਸੇ ਮਿਹਨਤ ਕਰਕੇ ਕਿ ਤੁਸੀਂ 80 ਪੈਸੇ ਦਿੰਦੇ ਹੋ, ਉਹ ਤਾਂ 100 ਰੁਪਏ ਦਾ ਕੰਮ ਲਿਆ ਜਾਏ। ਜਿਹੜੇ ਨਾਲ ਸਿੰਘ ਸੰਯੋਗ ਦੇ ਰਹੇ ਨੇ, ਉਹਨਾਂ ਨੂੰ ਪਤਾ ਹੈ ਕਿ 80 ਪੈਸਿਆਂ ਦਾ ਜੋ ਕੰਮ ਹੈ 100 ਰੁਪਏ ਤੋਂ ਕਿਵੇਂ ਲਿਆ ਜਾ ਰਿਹਾ ਹੈ। ਜਿੱਥੋਂ ਚੀਜ਼ ਸਸਤੀ ਮਿਲਦੀ ਹੈ, ਭਾਵੇਂ ਲਖਨਊ ਹੈ, ਭਾਵੇਂ ਪੂਰਨਪੁਰ ਹੈ, ਭਾਵੇਂ ਬਰੇਲੀ ਹੈ, ਉੱਥੋਂ ਜਾ ਕੇ ਸਮਾਨ ਖਰੀਦਿਆ ਜਾ ਰਿਹਾ ਹੈ। ਤੁਹਾਡਾ 80 ਪੈਸੇ 100 ਰੁਪਏ ਦਾ ਕੰਮ ਲਿਆ ਜਾਏ। ਤੁਹਾਡੀ ਸੇਵਾ ਤੁਸੀਂ ਦੇ ਦਿੱਤੀ ਮਾਇਆ, ਤੁਸੀਂ ਫ੍ਰੀ ਹੋ ਗਏ, ਤੁਸੀਂ ਆਜ਼ਾਦ ਹੋ ਗਏ। ਉਹ ਜ਼ਿੰਮੇਵਾਰੀ ਸਾਡੀ ਬਣਦੀ ਹੈ, ਤੁਹਾਡੀ ਦਿੱਤੀ ਹੋਈ ਮਾਇਆ ਵੱਧ ਤੋਂ ਵੱਧ ਤੋਂ ਸੇਵਾ ਲਈ ਜਾਏ। ਇਸ ਕਰਕੇ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਜਿੱਤ ਕੋ ਲਾਇਆ ਤਿਤ ਹੀ ਲਾਗਾ, ਕਿਆ ਇਹ ਜੰਤ ਵਿਚਾਰੇ। ਇਹ ਸਤਿਗੁਰੂ ਜੀ ਨੇ ਕਿਰਪਾ ਕਰਕੇ ਜਿੱਥੇ ਜਿੱਥੇ ਕੋਈ ਜੀਵ ਲਾਏ ਨੇ, ਉੱਥੇ ਲੱਗਣਾ ਪੈਂਦਾ ਹੈ। ਕੋਈ ਸਿਆਣਪ ਨਹੀਂ, ਆਪਣੀ ਕਿਸੇ ਜੀਵ ਦੀ ਕੋਈ ਸਿਆਣਪ ਨਹੀਂ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਬਚਨ ਨੇ, ਸੋਈ ਕਰਾਏ ਹੈ ਜੋ ਤਤ ਭਾਵੈ, ਮੋਹਿ ਸਿਆਣਪ ਕਛੂ ਨਾ ਆਵੈ। ਹਮ ਬਾਰਕ ਤੋ ਸਰਨਾਈ, ਪ੍ਰਭਾਪੇ ਪੈਜ ਰਖਾਈ। ਮੇਰਾ ਮਾਤ ਪਿਤਾ ਹਰਾਇਆ, ਕਰ ਕਿਰਪਾ ਪ੍ਰਤਪਾਲਨ ਲਾਗਾ। ਕਰੀ ਤੇਰਾ ਕਰਾਇਆ, ਜੀਏ ਜਮ ਤੇਰੇ ਧਾਰੇ। ਪ੍ਰਭ ਡੋਰੀ ਹਾਥ ਤੁਮਾਰੇ, ਜੇ ਕਰਾਵੈ ਸੋ ਕਰਨਾ। ਨਾਨਕ ਦਾਸ ਤੇਰੀ ਸਰਨਾ। ਸੱਚੇ ਪਾਤਸ਼ਾਹ ਰਹਿਮਤ ਕਰਨ, ਆਪ ਸੰਗਤ ਅਸੀਸ ਬਖਸ਼ੋ। ਜੋ ਪਿਛਲਾ ਸਮਾਂ ਲੰਘ ਗਿਆ ਹੈ, ਅਗਲੇ ਆਉਣ ਵਾਲੇ ਸਵਾਸ ਜਿੰਨੇ ਬਾਕੀ ਨੇ, ਸਤਿਗੁਰੂ ਜੀ ਕਿਰਪਾ ਕਰਕੇ ਸੇਵਾ ਲੈਂਦੇ ਰਹਿਣ। ਗੁਰੂ ਕੇ ਅਸਥਾਨਾਂ ਦੀ, ਗੁਰਧਾਮਾਂ ਦੀ, ਨਿਸ਼ਾਨਾਂ ਦੀ ਜੋ ਵੀ ਸੇਵਾ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਉਹ ਸਾਡੀਆਂ ਤੁਹਾਡੀਆਂ ਸਾਰੀਆਂ ਸੇਵਾ ਸਾਂਝੀਆਂ ਨੇ। ਸਾਂਝੀਆਂ ਇਸ ਕਰਕੇ ਨੇ ਕਿ ਉਹ ਸੇਵਾ ਆਉਂਦੀ ਹੈ, ਦਾਸ ਝੋਲੀ ਕਰਕੇ ਪਵਾ ਲੈਂਦਾ, ਤੁਸੀਂ ਪ੍ਰਵਾਨ ਕਰ ਲੈਂਦੇ ਹੋ, ਨਾਲ ਸੰਯੋਗ ਦਿੰਦੇ ਹੋ। ਇਸ ਕਰਕੇ ਤੁਹਾਡੀਆਂ ਸਾਡੀਆਂ ਸੇਵਾ ਸਾਰੀਆਂ ਸਾਂਝੀਆਂ ਨੇ। ਤੁਹਾਡਾ ਧੰਨਵਾਦ ਸਾਰੀਆਂ ਸੰਗਤਾਂ ਦਾ, ਸਾਰੇ ਪ੍ਰਬੰਧਕਾਂ ਦਾ, ਜਿਨ੍ਹਾਂ ਵੀ ਲੰਗਰਾਂ ਵਿੱਚ ਸੇਵਾ ਕੀਤੀਆਂ, ਲੰਗਰ ਬਣਾਏ, ਵਰਤਾਏ, ਛਕਾਏ, ਬੀਬੀਆਂ ਭੈਣਾਂ ਨੇ ਲੋਹਾਂ ਤਪਾਈਆਂ। ਸੰਗਤ ਜੀ, ਮੈਂ ਲੋਹ ਪ੍ਰਤੀ ਬੇਨਤੀ ਕਰਾਂ, ਸੱਚਖੰਡ ਵਾਸੀ ਮਹਾਂਪੁਰਖਾਂ ਦੀ ਇੱਕ ਇਹ ਵੱਡੀ ਆਈ ਸੀ। ਕੋਈ ਜ਼ਮੀਨ, ਕੋਈ ਜਾਇਦਾਦ ਆਪਣੇ ਨਾਂ ਨਹੀਂ ਕਰਾਈ, ਆਪਣੇ ਨਾਂ ਨਹੀਂ ਕਰਾਈ, ਨਿੱਜੀ ਨਹੀਂ ਕਰਾਈ। ਕਿਹਦੇ ਨਾਲ ਕਰਾਉਂਦੇ ਰਹੇ? ਲੋਹ ਮਾਤਾ ਨਾਲ, ਲੋਹ ਲੰਗਰਾਂ ਨਾਲ, ਕਿ ਇਹਨੂੰ ਨਾ ਕੋਈ ਵੇਚ ਸਕਦਾ ਹੈ, ਲੋਹ ਵਾਲੀ ਪੈਲੀ ਨੂੰ ਨਾ ਕੋਈ ਕਬਜ਼ਾ ਕਰ ਸਕਦਾ ਹੈ। ਇਹਦੀ ਕਮਾਈ ਕੱਢੇ
ਤੇ ਲੋਹ ਚਲਾਵੇ, ਜਿੰਨਾ ਚਿਰ ਮਰਜ਼ੀ ਚਲਾਈ ਜਾਵੇ, ਪਰ ਇਸ ਜ਼ਮੀਨ ਨੂੰ ਕੋਈ ਵੇਚ ਨਹੀਂ ਸਕਦਾ। ਇਸ ਕਰਕੇ ਮਹਾਂਪੁਰਖ ਲੋਹ ਦੇ ਨਾਲ ਜ਼ਮੀਨਾਂ ਕਰਾਉਂਦੇ ਸੀ। ਲੋਹ ਮਾਤਾ ਨੂੰ ਵਡਿਆਈ, ਜਦੋਂ ਆਉਣਾ ਲੋਹ ਨੂੰ ਆ ਕੇ ਨਮਸਕਾਰ ਕਰਨੀ। ਕਿਉਂ? ਲੋਹ ਲੰਗਰ ਦਾ ਬੜਾ ਵੱਡਾ ਤਪ ਹੈ। ਲੋਹ ਲੰਗਰ ਦੀ ਬੜੀ ਵੱਡੀ ਵਡਿਆਈ ਹੈ। ਜਿੱਥੇ ਮਹਾਂਪੁਰਖ ਜਾਂਦੇ ਸੀ, ਸਭ ਤੋਂ ਪਹਿਲਾਂ ਲੋਹ ਤਾਉਣੀ, ਲੋਹ ਗੱਡਣੀ, ਲੋਹ ਗੱਡਣ ਦਾ ਦੂਜਿਆਂ ਨੂੰ ਉਪਦੇਸ਼ ਦੇਣਾ, ਪ੍ਰੇਰਣਾ ਦੇਣੀ, ਲੋਹ ਤਪਾਓ, ਨਾਲੇ ਆਪ ਛਕੋ, ਨਾਲੇ ਸੰਗਤਾਂ ਨੂੰ ਛਕਾਓ। ਇਸ ਕਰਕੇ ਬੇਨਤੀ ਹੈ ਸੰਗਤ ਜੀ, ਮਹਾਂਪੁਰਖਾਂ ਦੀਆਂ ਵਡਿਆਈਆਂ ਸਿਫਤ ਆਪਾਂ ਕੀ ਕਰ ਸਕਦੇ ਹਾਂ? ਸਤਿਗੁਰੂ ਜੀ ਕਿਰਪਾ ਕਰਨ। ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ, ਜਿਵੇਂ ਉਹਨਾਂ ਨੇ ਆਪਣਾ ਜੀਵਨ ਜ਼ਿੰਦਗੀ ਸੇਵਾ ਤੇ ਸਿਮਰਨ ਕਰਦਿਆਂ ਬਸਰ ਕੀਤੀ, ਸਾਡੇ ਨੂੰ ਬਲ ਬਖਸ਼ਿਸ਼ ਕਰੋ। ਉਸ ਤਰ੍ਹਾਂ ਹੀ ਸੇਵਾ ਕਰਦਿਆਂ ਕਰਾਉਂਦਿਆਂ, ਸਿਮਰਨ ਭਜਨ ਕਰਦਿਆਂ ਕਰਾਉਂਦਿਆਂ ਜ਼ਿੰਦਗੀ ਬਸਰ ਹੋ ਜਾਏ। ਇਸ ਤਰ੍ਹਾਂ ਹੀ ਅੰਤਲੇ ਸਮੇਂ ਤੱਕ ਸੇਵਾ ਨਿਭ ਜਾਏ। ਇੱਕ ਨੰਬਰ ਕਮਰੇ ਵਿੱਚ ਨਵੇਂ ਪੜਾਅ ਤੇ ਲੰਮੇ ਪੈ, ਸਰੀਰ ਢਿੱਲਾ ਸੀ। ਪਾਠ ਦਾ ਵੀ ਟਾਈਮ ਹੈ, ਉੱਠਣ ਨੂੰ ਵੀ ਸਰੀਰ ਆਸਰਾ ਨਹੀਂ ਕਰਦਾ। ਸੱਜੇ ਪਾਸੇ ਠੇਢੇ ਹੋ ਕੇ ਲੰਮੇ ਪੈ ਗਏ। ਕਹਿਣ ਲੱਗੇ ਇੱਥੇ ਨਾ ਮੇਰੇ ਵੱਲ ਨੂੰ ਮੂੰਹ ਕਰਕੇ, ਇਸੇ ਬੈੱਡ ਤੇ ਬਹਿ ਕਰਕੇ ਰਹਿ ਰਾਤ ਦਾ ਪਾਠ ਕਰ ਲਈਏ। ਮੈਂ ਲੰਮੇ ਪਿਆ ਸੁਣ ਲੈਣਾ, ਇੱਥੇ ਪਾਠ ਕਰ ਲਈਏ। ਨਿਤਨੇਮ ਨਹੀਂ ਛੱਡਣਾ, ਬਾਣੀ ਨਹੀਂ ਛੱਡਣੀ, ਭਾਵੇਂ ਲੰਮੇ ਪੈ ਸੁਣ, ਭਾਵੇਂ ਕਿਸੇ ਤਰ੍ਹਾਂ ਗੱਡੀ ਵਿੱਚ ਨੇ, ਭਾਵੇਂ ਬੈਠੇ ਨੇ। ਨਿਤਨੇਮ ਬਾਣੀ ਸੇਵਾ ਤੇ ਸਿਮਰਨ ਬਿਲਕੁਲ ਚੜ੍ਹਦੀ ਕਲਾ ਵਿੱਚ ਰਿਹਾ। ਇਸ ਕਰਕੇ ਸੰਗਤ ਜੀ, ਉਹਨਾਂ ਤੇ ਆਉਣ ਤੇ, ਮਹਾਂਪੁਰਖਾਂ ਦੇ ਜਨਮ ਦਿਹਾੜੇ ਤੇ ਇਕੱਠੇ ਹੋਣ ਦਾ, ਇਕੱਤਰ ਹੋਣ ਦਾ ਮਤਲਬ ਇਹ ਹੀ ਹੈ ਕਿ ਜਿਵੇਂ ਉਹਨਾਂ ਨੇ ਸਿਮਰਨ ਭਜਨ ਵਿੱਚ ਆਪਣੀ ਜ਼ਿੰਦਗੀ ਬਸਰ ਕੀਤੀ, ਹੱਠ ਕਰਕੇ ਕੀਤੀ, ਮਨ ਨੂੰ ਤਗੜਿਆਂ ਕਰੜਿਆਂ ਕਰਕੇ ਕੀਤੀ, ਆਪਾਂ ਵੀ ਇਸ ਤਰ੍ਹਾਂ ਹੀ ਕਰੀਏ। ਸਾਰੀਆਂ ਸੰਗਤਾਂ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਦਾਸ ਇੱਥੇ ਸਮਾਪਤੀ ਕਰਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦਾ ਕੋਟਨ ਕੋਟ ਧੰਨਵਾਦ ਹੈ, ਜਿਨ੍ਹਾਂ ਦੀ ਰਹਿਨਮਾਈ ਹੇਠ ਛਤਰ ਛਾਇਆ ਹੇਠ ਅੱਜ ਦਾ ਗੁਰਮਤਿ ਸਮਾਗਮ ਸੰਪੂਰਨ ਹੋ ਰਿਹਾ ਹੈ। ਅਰਦਾਸ ਵਾਲੇ ਪਾਸੇ ਵੱਧ ਰਹੇ ਹਾਂ। ਗੁਰਮੁਖ ਪਿਆਰੇ ਜਿਨ੍ਹਾਂ ਤੋਂ ਸਤਿਗੁਰੂ ਜੀ ਖੰਡੇ ਬਾਟੇ ਦੀ ਸੇਵਾ ਲੈ ਰਹੇ ਨੇ, ਅੰਮ੍ਰਿਤ ਬਾਟੇ ਸੇਵਾ ਲੈ ਰਹੇ ਨੇ, ਉਹਨਾਂ ਦਾ ਵੀ ਧੰਨਵਾਦ ਹੈ। ਆਏ ਨੇ ਕਾਫੀ ਲੰਮੇ ਸਮੇਂ ਤੋਂ ਬੈਠੇ ਨੇ। ਆਪ ਜੀ ਸਾਰੇ ਸੰਗਤਾਂ ਬੜੇ ਲੰਮੇ ਸਮੇਂ ਤੋਂ ਬੈਠੇ ਹੋ। ਇੱਕ ਤੇ ਕੱਲ ਦਾ ਪ੍ਰੋਗਰਾਮ, ਅਗਲਾ ਪ੍ਰੋਗਰਾਮ ਸੰਗਤ ਜੀ ਅਕਤੂਬਰ ਵਿੱਚ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਦਾ 22 ਤਰੀਕ ਰਾਤ ਦਾ ਪ੍ਰੋਗਰਾਮ ਗੁਰਦੁਆਰਾ ਬਾਬਾ ਬਿਧੀ ਚੰਦ ਜੀ ਲਖਾ ਵਿਖੇ। 23 ਤਰੀਕ ਦਿਨ ਦਾ ਪ੍ਰੋਗਰਾਮ। ਇਹ ਹੈ ਲਖਾ ਗੁਰਦੁਆਰਾ ਸਾਹਿਬ ਦਾ ਪ੍ਰੋਗਰਾਮ, ਜੋ ਕਿ ਹਰ ਸਾਲ ਦੀ ਤਰ੍ਹਾਂ ਉੱਥੇ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ। ਉਹ 22 ਅਕਤੂਬਰ ਦੀ ਰਾਤ ਦਾ ਦੀਵਾਨ ਤੇ 23 ਦਿਨ ਦਾ ਦੀਵਾਨ। ਇਸ ਤੋਂ ਅਗੇਰੇ 24 ਤਰੀਕ ਦਾ ਬੰਕੇਗੰਜ, 5 ਤਰੀਕ ਦਾ ਢੋਲੀਆ ਵਿਖੇ। ਇਹ 3 ਦਿਨ ਦੇ ਸਮਾਗਮ ਹੁੰਦੇ ਨੇ ਬਾਬਾ ਬੁੱਢਾ ਸਾਹਿਬ ਜੀ ਦੇ। ਉਸ ਤੋਂ ਪਹਿਲਾਂ ਜਿਵੇਂ ਦਾਸ ਨੇ 24 ਨੂੰ ਵਾਪਸ ਆਉਣਾ ਹੈ, 26 ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣੇ ਨੇ। ਅਗਲੀ ਮੱਸਿਆ ਜੋ ਆਉਣੀ ਹੈ ਸਤੰਬਰ ਦੀ, 28 ਸਤੰਬਰ ਨੂੰ ਬੰਦੀ ਛੋੜ ਦਿਵਸ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਜਿਸ ਦਿਨ ਸਤਿਗੁਰੂ ਜੀ ਨੇ 52 ਰਾਜੇ ਆਪਣਾ ਪੱਲਾ ਫੜਾ ਕਰਕੇ ਬਾਹਰ ਕੱਢੇ ਗਵਾਲੀਅਰ ਦੇ ਕਿਲੇ ਵਿੱਚੋਂ। ਉਹ ਦਿਨ ਗੁਰਦੁਆਰਾ ਨਾਨਕਸਰ ਚੌਲੀਆ ਸਾਲਾਨਾ ਸਮਾਗਮ 28 ਸਤੰਬਰ ਨੂੰ ਹੈ। 28 ਸਤੰਬਰ ਨੂੰ ਹੈ। ਇਸ ਕਰਕੇ ਗੁਰੂ ਪਿਆਰੇ ਪ੍ਰੋਗਰਾਮ ਬਿਲਕੁਲ ਡੈਰੀ ਮੁਤਾਬਕ ਲੀਕ ਕੇ ਹੀ ਪ੍ਰੋਗਰਾਮ ਰੱਖਿਆ ਜਾਂਦਾ ਹੈ ਕਿ ਜਿਵੇਂ 22 ਨੂੰ ਜਾਣਾ, 24 ਨੂੰ ਵਾਪਸੀ, 1 ਮਹੀਨੇ ਬਾਅਦ, ਤੇ 26 ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣੇ ਨੇ। 28 ਨੂੰ ਸਮਾਪਤੀ ਸੰਪੂਰਨਤਾਈ ਗੁਰਦੁਆਰਾ ਨਾਨਕਸਰ ਚੌਲੀਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਦਿਨ ਦੇ, ਜਦੋਂ ਸਤਿਗੁਰਾਂ ਨੇ 52 ਰਾਜਿਆਂ ਨੂੰ ਜੋ ਸਾਰੀ ਉਮਰ ਵਾਸਤੇ ਕੈਦ ਕੀਤੇ ਹੋਏ ਸਨ, ਜਹਾਂਗੀਰ ਦੇ ਕੈਦ ਕੀਤੇ ਹੋਏ ਸਨ, ਉਹ ਅੱਜ ਵੀ ਉਹ ਪਿੱਲਰ ਥੰਮ ਮੌਜੂਦ ਨੇ, ਜਿਨ੍ਹਾਂ ਥੰਮਿਆਂ ਦੇ ਨਾਲ ਕੱਲਾ ਕੱਲਾ ਰਾਜਾ ਸੰਗਲ ਮਾਰ ਕੇ ਬੱਧਾ ਹੋਇਆ ਸੀ। ਗਵਾਲੀਅਰ ਦੇ ਕਿਲੇ ਵਿੱਚ ਅੱਜ ਵੀ ਉਹ ਥੰਮ ਮੌਜੂਦ ਨੇ, ਜਿਨ੍ਹਾਂ ਥੰਮਾਂ ਦੇ ਨਾਲ ਇੱਕ ਇੱਕ ਰਾਜਾ ਸੰਗਲ ਮਾਰ ਕੇ ਬੱਧਾ ਹੋਇਆ ਸੀ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਉਹਨਾਂ ਨੂੰ ਉਮਰ ਕੈਦ ਜੋ ਹੋਈ ਸੀ ਉਹਨਾਂ ਨੂੰ ਛਡਾਉਣਾ ਕੀਤਾ। ਜਹਾਂਗੀਰ ਕਹਿਣ ਲੱਗਾ ਕਿ ਜਿੰਨੇ ਤੁਹਾਡੇ ਪੱਲਾ ਫੜ ਕੇ ਨਿਕਲ ਜਾਣਾ ਉਹਨੂੰ ਲੈ ਜਾਓ। ਸਤਿਗੁਰੂ ਨੇ ਸਪੈਸ਼ਲ ਚੋਲਾ ਆਪ 52 ਕਲੀਆਂ ਵਾਲਾ, 52 ਤਣੀਆਂ ਵਾਲਾ ਸਵਾਇਆ। ਇੱਕ ਇੱਕ ਤਣੀ, ਇੱਕ ਇੱਕ ਕਲੀ ਫੜਾ ਕਰਕੇ 52 ਰਾਜਾਂ ਨੂੰ ਰਿਹਾ ਕੀਤਾ। ਕੀ ਖਵਾਇਆ? ਦਾਤੇ ਬੰਦੀ ਛੋੜ। ਤੇ ਗੁਰਦੁਆਰਾ ਸਾਹਿਬ ਦਾ ਨਾਂ ਕੀ ਹੈ? ਗੁਰਦੁਆਰਾ ਬੰਦੀ ਛੋੜ।
ਗਵਾਲੀਅਰ ਦਾ ਜੋ ਗੁਰਦੁਆਰਾ ਸਾਹਿਬ ਹੈ ਉਹਦਾ ਨਾਮ ਹੈ ਗੁਰਦੁਆਰਾ ਬੰਦੀ ਛੋੜ। ਇਸ ਕਰਕੇ ਸੰਗਤ ਜੀ ਇਹ ਸਾਲਾਨੇ ਸਮਾਗਮ ਜੋ ਨੇ, ਜੋ ਆਉਂਦੇ ਨੇ, ਜੋ ਆ ਰਹੇ ਨੇ, ਆਪ ਜੀ ਹਰ ਗੁਰਦੁਆਰੇ ਵਿੱਚ, ਹਰ ਸਮਾਗਮ ਵਿੱਚ ਭਾਗ ਲੈਂਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਇਸ ਤਰ੍ਹਾਂ ਹੀ ਵੱਧ ਚੜ ਕਰਕੇ ਸੇਵਾ ਕਰਨ ਤੇ ਕਰਵਾਉਣ ਦਾ ਤੁਹਾਨੂੰ ਸਾਨੂੰ ਸਾਰਿਆਂ ਨੂੰ ਬਲ ਬਖਸ਼ੇ ਕਰਨ। ਭੁੱਲਾਂ ਚੁੱਕਾਂ ਦੀ ਖਿਮਾ ਕਿਸੇ ਤਰ੍ਹਾਂ ਦੀ, ਜਾਣੇ ਅਣਜਾਣੇ ਕਿਸੇ ਸੇਵਾਦਾਰ ਪਾਸੋਂ, ਦਾਸ ਪਾਸੋਂ, ਬੋਲਦਿਆਂ ਚਾਲਦਿਆਂ, ਸਟੇਜ ਵਾਲੇ ਪਾਸੇ ਗੁਰਮੁਖ ਪਿਆਰਿਆਂ ਤੋਂ, ਸਟੇਜ ਵਾਲਿਆਂ ਤੋਂ ਕੋਈ ਭੁੱਲ ਚੁੱਕ ਹੋ ਗਈ, ਸੰਗਤ ਜੀ ਆਪ ਮਾਫੀ ਬਖਸ਼ਿਸ਼ ਕਰਨੀ। ਸਾਰੀਆਂ ਸੰਗਤਾਂ ਜਥੇਦਾਰਾਂ ਦਾ, ਸਾਰੇ ਪ੍ਰਬੰਧਕਾਂ ਦਾ, ਮਾਈਆਂ ਭਾਈਆਂ ਦਾ ਤਹਿ ਦਿਲੋਂ ਬਹੁਤ ਧੰਨਵਾਦ। ਜੀ ਆਇਆਂ ਸਾਰਿਆਂ ਨੂੰ। ਆਪ ਜੀ ਆਏ ਹੋ ਮਹਾਂਪੁਰਖਾਂ ਦੇ ਜਨਮ ਦਿਹਾੜੇ ਦੇ ਸਮੱਤ। ਸੋ ਜੋ ਸਮਾਗਮ ਗੁਰਮੁਖ ਸਮਾਗਮ ਹੋਇਆ ਹੈ, ਇਸ ਸਮਾਗਮ ਵਿੱਚ ਨਾ ਕੋਈ ਇਸ਼ਤਿਹਾਰ ਬਣਾਈਦਾ ਹੈ ਸੰਗਤ ਜੀ, ਨਾ ਕੋਈ ਪੋਸਟਰ, ਨਾ ਕੋਈ ਚਿੱਠੀ, ਕੇਵਲ ਤੇ ਕੇਵਲ ਇੱਕ ਬਣਾ ਕਰਕੇ ਪੋਸਟਰ ਛੋਟਾ ਜਿਹਾ ਮੋਬਾਈਲ ਤੇ ਸਿੰਘ ਪਾ ਦਿੰਦੇ ਨੇ ਤੁਹਾਡੇ ਮੋਬਾਈਲਾਂ ਤੇ, ਜਾਂ ਪਿਛਲੇ ਲੰਘੇ ਹੋਏ ਸਮਾਗਮ ਵਿੱਚ ਅਨਾਉਂਸਮੈਂਟ ਕੀਤਾ ਜਾਂਦਾ ਹੈ ਕਿ ਕਿਹੜੀ ਤਰੀਕ ਨੂੰ ਬਾਬਾ ਜੀ ਦੇ ਜਨਮ ਦਿਨ ਤੇ ਗੁਰਮੁਖ ਸਮਾਗਮ ਹੋਣਾ ਹੈ। ਆਪ ਜੀ ਉਸੇ ਮੁਤਾਬਕ ਹੀ ਪਹੁੰਚ ਕਰਕੇ ਇਹ ਅੱਜ ਦਾ ਸਮੁੱਚਾ ਸਮਾਗਮ ਆਪ ਜੀ ਨੇ ਨਿਭਾਇਆ ਹੈ, ਸੇਵਾ ਕੀਤੀਆਂ ਨੇ, ਸਾਧ ਸੰਗਤ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਪ ਜੀ ਦਾ ਕਦਮ ਕਦਮ ਲੇਖੇ ਲਾਉਣ, ਕੀਤੀ ਹੋਈ ਸੇਵਾ ਘਾਲ ਥਾਂ ਪੈਣ, ਦਰੋਂ ਕਰੋ ਖੁਸ਼ੀਆਂ, ਨਾਮ ਦੀਆਂ ਦਾਤਾਂ, ਬਾਣੀ ਬਾਣਨ ਪਾਰ ਬਖਸ਼ਿਸ਼ ਕਰਨ। ਸਾਰੀਆਂ ਸੰਗਤਾਂ ਹੋਣ ਪਿਆਰ ਦੇ ਨਾਲ ਗੱਜ ਕੇ ਫਤਿਹ ਬੁਲਾਇਓ, ਗੱਜ ਕੇ ਫਤਿਹ ਬੁਲਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।